मैं क्या मैं ते शुरू तो मेरा मौकफ है कि शर्तां लानियां नौसरबाजी ड्रामेबाजी जेड़ा ना ये सारा कोयले दी दलाली है। ਇਹਦਾ ਨਤੀਜੇ ਸਵਾਏ ਮੂੰਹ ਕਾਲਾ ਔਰ ਬਾਕੀ ਜਿਹੜੀਆਂ ਚੀਜ਼ਾਂ ਵੀ ਇਸਤੇਮਾਲ ਹੋਣ ਉਹ ਕਾਲਾ ਹੋਣ ਤੇ ਹੋਰ ਕੁਝ ਨਹੀਂ ਨਿਕਲਦਾ। और दूसरी यह चीज है कि एक अगर अकली लिहाज ਨਾਲ देखा जाए कि बाज़ चीज़ां होंदियां ने वो साइंसी हिसाबी होंदियां ਜਿਹੜੀਆਂ ਤੁਸੀਂ ਮੈਜ਼ਰ ਕਰ ਸਕਦੇ ਹੋ ਕਿ ਤੇਰੇ ਕੋਲ ਸੋਨਾ ਹੈ 5 ਕਿਲੋ ਇਹ ਵੇ ਤੁਹਾਡਾ ਉਹ ਚੀਜ਼ ਲੈ ਕੇ ਉਹਨੂੰ ਤੋਲਿਆ ਜਾ ਸਕਦਾ। ਬਾਜ਼ ਚੀਜ਼ਾਂ ਹੁੰਦੀਆਂ ਨੇ ਨਜ਼ਰੀ ਹੁੰਦੀਆਂ ਨੇ ਉਹ ਤੁਹਾਡਾ ਜ਼ੰਨੀ ਹੁੰਦੀਆਂ ਨੇ ਚੀਜ਼ਾਂ ਉਹਨਾਂ ਦਾ ਕੋਈ ਹਤਮੀ ਨਤੀਜਾ ਕਿਸੇ ਲੈਬੋਰੇਟਰੀ ਦੇ ਵਿੱਚ ਕਿਸੇ ਸਾਇੰਟਿਫਿਕ ਫਾਰਮੂਲੇ ਦੇ ਤਹਿਤ ਨਹੀਂ ਨਿਕਲ ਸਕਦਾ। ਕੋਈ ਐਸਾ ਬਾਈਨਾਮੀਅਲ ਥਿਊਰਮ ਨਹੀਂ ਹੈਗਾ ਕਿ ਜੇ ਤੁਸੀਂ ਅਮਾਉਂਟ ਉਹਦੇ ਚ ਪਾਓ ਤੇ ਐਗਜ਼ੈਕਟ ਨਤੀਜਾ ਨਿਕਲ ਆਏ। ਇਹ ਜਿਹੜੀ ਸ਼ਰਤਬਾਜ਼ਾਂ ਹੁੰਦੀਆਂ ਨੇ ਇਹਦੇ ਵਿੱਚ ਇਹ ਹੁੰਦਾ ਕਿ ਜਿਹੜਾ ਆਪੋਨੈਂਟ ਜਿਹੜਾ ਦੂਸਰਾ ਹੈ ਹਿਜ਼ਬ ਮੁਖਾਲਿਫ ਉਹ ਤਸਲੀਮ ਹੀ ਨਹੀਂ ਕਰਦਾ ਰਿਜ਼ਲਟ ਨੂੰ। ਬਈ ਮੈਂ ਕਹਿੰਦਾ ਕਿ ਗੁਲਾਬ ਜ਼ਿਆਦਾ ਖੂਬਸੂਰਤ ਹੈ, ਤੁਸੀਂ ਕਹਿੰਦੇ ਹੋ ਨਹੀਂ ਮੋਤੀਆ ਜ਼ਿਆਦਾ ਖੂਬਸੂਰਤ ਹੈ, ਉਹਦੀ ਖੁਸ਼ਬੂ ਜ਼ਿਆਦਾ, ਮੈਂ ਕਹਿੰਦਾ ਆਇਆ ਵੇ ਇਹ ਹੁਣ ਮਤਲਬ ਕੌਣ ਫੈਸਲਾ ਕਰੇਗਾ ਕਿ ਮੋਤੀਏ ਦੀ ਖੁਸ਼ਬੂ ਜ਼ਿਆਦਾ ਅੱਛੀ ਹੈ ਜਾਂ ਗੁਲਾਬ ਦੀ ਜ਼ਿਆਦਾ ਅੱਛੀ ਹੈ। ਬਾਜ਼ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦਾ ਫੈਸਲਾ ਤੁਸੀਂ ਕਰ ਸਕਦੇ ਹੋ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਜ਼ਰੀ ਹੁੰਦੀਆਂ ਨੇ ਜਿਹੜੀਆਂ ਜ਼ੰਨੀ ਹੁੰਦੀਆਂ ਨੇ ਉਹਨਾਂ ਦੇ ਉੱਤੇ ਆਪਣੀ ਰਾਏ ਦਿੱਤੀ ਜਾ ਸਕਦੀ ਹੈ। ਉਹਦੇ ਚ ਮੁਕਾਬਲਾਬਾਜ਼ੀ ਕਰਕੇ ਨਾ ਤੇ ਲੈਬੋਰੇਟਰੀ ਕੋਈ ਐਸੀ ਲੈਬੋਰੇਟਰੀ ਹਾਲੇ ਤੱਕ ਤਸ਼ਕੀਲ ਪਾ ਚੁੱਕੀ ਹੈ ਕਿ ਜਿਹਦੇ ਚ ਨਜ਼ਰੀ ਗੱਲਾਂ ਦਾ ਨਤੀਜਾ ਨਿਕਲ ਸਕੇ, ਨਾ ਹੀ ਨਿਕਲਦਾ ਹੁੰਦਾ। ਤੇ ਇਸ ਚੀਜ਼ ਦਾ ਐਕਸਪਲੋਇਟ ਕਰਨਾ ਮੇਰੇ ਨਜ਼ਦੀਕ ਨੌਸਰਬਾਜ਼ੀ ਡਰਾਮੇਬਾਜ਼ੀ ਔਰ ਮਹਿਜ਼ ਫਸਾਦ ਬਰਪਾ ਕਰਨੇ ਦੇ ਮੁਤਰਾਦਫ। ਬਹੁਤ ਆਲਾ ਤੁਹਾਡਾ ਤਬਸਰਾ। ਹੁਣ ਗੱਲ ਇਹ ਹੈ ਕਿ ਅਗਰ ਕੋਈ ਬੰਦਾ ਕੋਈ ਅਹਿਮਦੀ ਅਲਾਮਾ ਸਾਹਿਬ ਨੂੰ ਚੈਲੰਜ ਕਰੇ, ਦਾਵਤ ਦੇ ਕਿ ਤੁਸੀਂ ਈਸਾ ਅਲੈਹਿਸਲਾਮ ਦੀ ਹਯਾਤ ਸਾਬਤ ਕਰ ਦਿਓ ਤੇ $1 ਲੱਖ ਤੁਹਾਨੂੰ ਮੈਂ ਦਿਆਂਗਾ, ਤੇ ਅਲਾਮਾ ਸਾਹਿਬ ਨੂੰ ਇਜਾਜ਼ਤ ਹੈ ਕਿ ਉਹਨਾਂ ਜਵਾਬ ਦੇਣ ਜਾਂ ਇਹਨਾਂ ਨੂੰ ਖਾਮੋਸ਼ ਹੋ ਜਾਣਾ ਚਾਹੀਦਾ? ਬੇਸ਼ੱਕ ਚੈਲੰਜ ਕਰਦਾ ਰਹੇ, ਇਹਨਾਂ ਦਾ ਨਾਂ ਲੈ ਕੇ ਤੇ ਇਹ ਜਵਾਬ ਦੇਣਾ ਚਾਹੀਦਾ। ਮੈਂ ਤੇ ਇਹਦੇ ਚ ਕੋਈ ਇਸਤਸਨਾ ਨਹੀਂ। ਕੋਈ ਤੁਹਾਡੀ ਗੱਲ ਮੁਕਾ, ਮੈਂ ਤੁਹਾਨੂੰ ਨਹੀਂ ਕੋਈ ਚੈਲੰਜ ਨਹੀਂ ਕਰ ਰਿਹਾ, ਮੈਂ ਨਵੀਂ ਗੱਲ ਕਰ ਰਿਹਾ, ਮੈਨੂੰ ਇਜਾਜ਼ਤ ਦੇ ਦਿਓ। ਉਹ ਇਹ ਹੈ ਕਿ ਦੇਖੋ ਕੋਈ ਇਸਤਸਨਾ ਨਹੀਂ, ਕੋਈ ਅਹਿਮਦੀ ਹੈ, ਵਹਾਬੀ ਹੈ, ਦਿਓਬੰਦੀ ਹੈ, ਬਰੇਲਵੀ ਹੈ, ਸ਼ੀਆ ਹੈ, ਮੁਸਲਮਾਨ ਹੈ, ਕੋਈ ਵੀ ਹੈ। ਅਗਰ ਤੁਸੀਂ ਜਿਹੜੀਆਂ ਗੱਲਾਂ ਨੇ ਹਿਸਾਬੀ ਕਿਤਾਬੀ ਹੁੰਦੀਆਂ ਨੇ, ਹਿਸਾਬੀ ਹੁੰਦੀਆਂ ਨੇ, ਸਾਇੰਟੀਫਿਕਲੀ ਹੁੰਦੀਆਂ ਨੇ, ਉਹਨਾਂ ਤੁਸੀਂ ਪ੍ਰੂਵ ਕਰ। ਜਿਹੜੀਆਂ ਨਜ਼ਰੀ ਗੱਲਾਂ ਨੇ ਉਹਨਾਂ ਦੀ ਸ਼ਰਤ ਲਾਣੀ ਮਹਿਜ਼ ਡਰਾਮੇਬਾਜ਼ੀ ਹੈ, ਨੌਸਰਬਾਜ਼ੀ ਹੈ ਔਰ ਕੋਇਲੇ ਦੀ ਦਲਾਲੀ। ਟੈਂਜੀਬਲ ਐਂਡ ਇਨਟੈਂਜੀਬਲ, ਇਹ ਇਨਟੈਂਜੀਬਲ ਚੀਜ਼ਾਂ ਵੈਰੀਫਾਈਬਲ ਹੁੰਦੀਆਂ ਨੇ, ਉਹਨਾਂ ਨੂੰ ਤੁਸੀਂ ਵੈਰੀਫਾਈ ਕਰ ਸਕਦੇ ਹੋ, ਉਹਨਾਂ ਨੂੰ ਤੁਸੀਂ ਸਾਇੰਟੀਫਿਕਲੀ ਉਹਨੂੰ ਐਨਾਲਾਈਜ਼ ਕਰਕੇ ਕਿਸੇ ਹਤਮੀ ਨਤੀਜੇ ਤੇ ਪਹੁੰਚ ਸਕਦੇ ਹੋ। ਮਸਲਨ ਤੁਸੀਂ ਕੋਈ ਅਮਾਉਂਟ ਐਸੀ ਹੈ ਉਹਨੂੰ ਕੈਲਕੂਲੇਟ ਕਰਨਾ ਹੈ, ਕੈਲਕੂਲੇਟ ਕਰਕੇ ਸਾਇੰਟੀਫਿਕ ਫਾਰਮੂਲਾ ਅਪਲਾਈ ਕਰਕੇ ਉਸ ਤੇ ਤੁਸੀਂ ਨਤੀਜੇ ਤੇ ਪਹੁੰਚ ਸਕਦੇ ਹੋ। ਹੁਣ ਇਹਦੇ ਤੇ ਕਿ ਹੁਸੈਨੀ ਭਾਈ ਕਹਿੰਦੇ ਨੇ ਗੁਲਾਬ ਜ਼ਿਆਦਾ ਖੂਬਸੂਰਤ ਹੈ, ਮੈਂ ਕਹਿੰਦਾ ਮੋਤੀਆ ਜ਼ਿਆਦਾ ਖੂਬਸੂਰਤ ਹੈ। ਤੁਸੀਂ ਗੁਲਾਬ ਦੇ ਜਿਹੜੇ ਨੇ ਉਹ ਕਸੀਦੇ ਪੜ੍ਹੀ ਜਾਓ, ਮੈਂ ਮੋਤੀਏ ਦੇ ਕਸੀਦੇ ਪੜ੍ਹੀ ਜਾਵਾਂ। ਤੁਸੀਂ ਉਹੀ ਗੱਲਾਂ ਦੁਬਾਰਾ ਮਤਲਬ ਇਆਦਾ ਕਰਕੇ ਅੱਛੇ ਤਰੀਕੇ ਨਾਲ ਜ਼ਿਹਨ ਨਸ਼ੀਨ ਕਰਾਤੀਆਂ ਨੇ। ਗੱਲ ਠੀਕ ਹੈ ਤੁਹਾਡੀ, ਲੇਕਿਨ ਗੱਲ ਇਹ ਹੈ ਕਿ ਅਗਰ ਕੋਈ ਆਦਮੀ ਕਾਸ਼ ਤੁਹਾਨੂੰ ਜ਼ਿਹਨ ਨਸ਼ੀਨ ਰਹਿਣ ਨੂੰ ਤੁਹਾਨੂੰ ਇੱਕ ਦਿਨ ਯਾਦ ਹੁੰਦੀ ਹੈ, ਅਗਲੇ ਦਿਨ ਤੁਸੀਂ ਫਿਰ ਭੁੱਲੇ ਹੁੰਦੇ ਹੋ ਤੇ ਕੀ ਕਰਨਾ ਚਾਹੀਦਾ? ਉਹ ਨਸੈਨੀ ਸਾਹਿਬ ਮਿਸਾਲ ਦੇ ਤੌਰ ਤੇ ਅਲਾਮਾ ਆਮਨ ਨਜ਼ੀਰ ਦਮਤ ਬਰਕਾਤੁਹੁ ਆਲੀਆ ਨੂੰ 10 ਸਾਲ ਤੋਂ ਜ਼ਿਆਦਾ ਸ਼ਾਇਦ ਮੈਂ ਜਾਣਦਾ, ਔਰ ਇਹਨਾਂ ਨੂੰ ਮਰਜ਼ੀਆਂ ਨੇ ਕੋਈ ਇਹਨਾਂ ਦੇ ਸਵਾਲ ਦਾ ਜਵਾਬ ਨਹੀਂ ਦੇ ਸਕਿਆ ਔਰ ਨਾ ਇਹਨਾਂ ਨੂੰ ਮਿਲਿਆ। ਹਾਂਜੀ, ਅਸੀਂ ਸਾਰੇ ਹੀ ਨਾ ਸਕੇ ਹਾਂ, ਹੱਥ ਉੱਤੇ ਕਰ ਲਿੱਤੇ ਨੇ। ਤੇ ਹੁਣ ਮਜ਼ੀਦ ਇਹਨਾਂ ਨੂੰ ਬਰਕਾਤ ਹੋ ਦਮ ਤੇ ਬਰਕਾਤ, ਹੁਣ ਕੋਈ ਜਵਾਬ ਇਹਨਾਂ ਨੂੰ ਮਿਲ ਜਾਣਾ। ਠੀਕ ਹੈ, ਉਹ ਵੀ ਟਾਈਮ ਆਪਣਾ ਜ਼ਾਇਆ ਕਰ ਦਿੰਦੇ। ਨਹੀਂ ਇਹ ਠੀਕ ਹੈ ਤੁਹਾਡੀ ਗੱਲ। ਮੈਂ ਇੱਕ ਦੂਸਰੀ ਗੱਲ ਕਰ ਰਿਹਾ, ਬੰਦੇ ਨੇ ਇਫਤਖਾਰ ਸ਼ੇਖ ਸਾਹਿਬ, ਉਹਨਾਂ ਨੇ ਇਹਨਾਂ ਨੂੰ ਚੈਲੰਜ ਕੀਤਾ ਇਹਨਾਂ ਦਾ ਨਾਂ ਲੈ ਕੇ ਕਿ ਤੁਸੀਂ ਇਹ ਸਾਬਤ ਕਰੋ ਤੇ $1 ਲੱਖ ਅਮਰੀਕਨ ਮੈਂ ਦਿਆਂਗਾ। ਹੁਣ ਇਹਨਾਂ ਨੂੰ ਹਦਾਇਤ ਹੋਣੀ ਚਾਹੀਦੀ ਹੈ ਕੋਈ ਹੈ ਇਹ ਉਹਦਾ ਜਵਾਬ ਦੇ ਦੇਣ ਕਿ ਹਾਂ ਠੀਕ ਹੈ ਮੈਂ ਇਹਦੇ ਤੇ ਰਾਜ਼ੀ ਹਾਂ। ਅਗਰ ਇਹ ਕਹਿਣ ਤੇ ਇਹਨਾਂ ਦਾ ਕੋਈ ਕਸੂਰ ਹੋਏਗਾ? ਨਹੀਂ, ਇਹ ਸ਼ੇਖ ਸਾਹਿਬ ਦੇ ਨਾਲ ਜਾ ਕੇ ਉੱਥੇ ਮੈਂ ਕਹਿੰਦਾ ਕੁਸ਼ਤੀ ਖੇਡਣ, ਭੰਗੜੇ ਪਾਉਣ, ਤੇਲ ਮਲ ਲੈਣ ਦੋਵੇਂ। ਇਹਨਾਂ ਨੇ ਜਵਾਬ ਇਹ ਦਿੱਤਾ ਵੀ ਸ਼ੇਖ ਸਾਹਿਬ ਤੁਸੀਂ $1 ਲੱਖ ਜਿਹੜਾ ਹੈ ਉਹ ਜਮ੍ਹਾਂ ਕਰਾ ਦਿਓ ਮੁਨਾਸਿਬ ਬੰਦੇ ਕੋਲ, ਤੇ ਫਿਰ ਅਸੀਂ ਖਾੜੇ ਚ ਉਤਰ ਜਾਂਦੇ। ਸ਼ੇਖ ਸਾਹਿਬ ਨੂੰ ਜ਼ਰੂਰੀ ਕੰਮ ਪੈ ਗਿਆ।
ਹਾਂਜੀ ਉਹ ਫਿਰ ਗਏ, ਫਿਰ ਅੱਗੇ ਫਿਰ ਹੋਰ ਕੰਮ ਪੈ ਗਿਆ ਤੇ ਫਿਰ ਉਹ ਕਾਫੀ ਦੇਰ ਤੋਂ ਹੀ ਮੇਰੇ ਉਹ ਖਿਆਲ ਅਸਲ ਵਿੱਚ ਬੈਂਕ ਵਿੱਚੋਂ ਲੋਨ ਅਪਰੂਵ ਕਰਾਉਣ ਗਏ ਨੇ। ਠੀਕ ਹੈ ਦੇਖੋ ਨਾ, ਐਡਾ ਆਸਾਨ ਤਾਂ ਨਹੀਂ ਨਾ ਹੁੰਦਾ। ਬੈਂਕ ਅੱਜ ਕੱਲ੍ਹ ਰੇਟ ਆਫ ਇੰਟਰਸਟ ਵੀ ਹਾਈ ਹੈ, ਜਾ ਔਰ ਉਹ ਤੁਹਾਡਾ ਕ੍ਰੈਡਿਟ ਚੈੱਕ ਕਰਦੇ ਨੇ ਲੋਨ ਤੇ ਉਹ ਆ ਜਾਣਗੇ। ਕੋਈ ਟਾਈਮ ਲੱਗ ਜਾਂਦਾ ਥੋੜਾ ਜਿਹਾ, ਲੇਕਿਨ ਚੱਕਰ ਹੈ ਕਿ ਸ਼ੇਖ ਸਾਹਿਬ ਨਾਲ ਇਹ ਡਿਸਕਸ਼ਨ ਹੋਣੀ ਚਾਹੀਦੀ। ਸਾਡੇ ਕੰਨ ਨਾ ਸਾਡੋ, ਅਸੀਂ ਗਰੀਬ ਆਦਮੀ ਆ। ਨਹੀਂ ਕੋਈ ਨਹੀਂ, ਇਹ ਤੇ ਇੱਥੇ ਅਸੀਂ ਜਿਹੜੀਆਂ ਗੱਲਾਂ ਕਰ ਰਹੇ ਹਾਂ ਉਹ ਅਸੀਂ $1,00,000 ਜ਼ਿੰਦਗੀ 'ਚ ਵੇਖਿਆ ਹੀ ਨਹੀਂ ਤੇ ਇੱਥੇ ਸ਼ਰਤਾਂ ਲੱਗਣ ਡੀਆਂ ਨੇ। ਜਾ ਜੀ ਐਵੇਂ ਫਿਰ ਆਪ ਸਾਡਾ ਦਿਲ ਐਵੇਂ ਸਾੜਨ ਡੇ ਨੇ, ਆ ਅਮੀਰ ਆਦਮੀ ਹਾਂ ਗਰੀਬਾਂ ਨੂੰ ਐਵੇਂ ਮੈਨੂੰ ਕੋਈ ਇਜਾਜ਼ਤ ਦਿਆ ਜੀ ਬਿਸਮਿਲ੍ਲਾ ਕਰੋ, ਤੁਸੀਂ ਗੱਲ ਕਰੋ। ਇੱਕ ਤੇ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਹੈ, ਸਿਰਫ ਇਹ ਥੋੜਾ ਜਿਹਾ ਨਾ ਗੱਲ ਚ ਗੁੰਜਾਇਸ਼ ਨਹੀਂ ਹੈ ਬਈ ਜੇ ਤਾਂ ਮੈਨੂੰ ਸ਼ੇਖ ਸਾਹਿਬ ਫੋਨ ਕਰਦੇ ਤੇ ਫਿਰ ਫੋਨ ਤੇ ਹੀ ਗੱਲ ਹੋਣੀ ਹੈ, ਫਿਰ ਲੋਕਾਂ ਨੇ ਸੁਣਨੀ। ਉਹਨਾਂ ਜਦੋਂ ਵੀਡੀਓ ਬਣਾਈ ਤੇ ਫਿਰ ਲਾ ਮਹੱਲਾ ਮੰਨੋ ਵੀ ਪਬਲਿਕ ਕਰਨੀ ਪੈਣੀ ਨਾ। ਬਿਲਕੁਲ ਸਿਰਫ ਉਹ ਮੇਰੀ ਮਜਬੂਰੀ ਸੀ। ਦੂਜੀ ਗੱਲ ਜਿਹੜੀ ਟੋਨੀ ਸਾਹਿਬ ਨੇ ਕੀਤੀ ਹੈ, ਬਹੁਤ ਪਿਆਰੀ ਗੱਲ ਕੀਤੀ ਹੈ, ਬੜੀ ਸੋਨੇ ਦੇ ਪਾਣੀ ਨਾਲ ਲਿਖਣ ਵਾਲੀ ਗੱਲ ਹੈ। ਬਈ ਮੈਂ ਇੱਕ ਕਿਤਾਬ ਲਿਖਣਾ ਜਾਂ ਮੈਂ ਇੱਕ ਕਸੀਦਾ ਲਿਖਣਾ ਤੇ ਮੈਂ ਕਹਿੰਦਾ ਜਿਹੜਾ ਮੇਰੇ ਕਸੀਦੇ ਦੇ ਨਾਲ ਦਾ ਕਸੀਦਾ ਲਿਖੇਦਾ ਮੈਂ ਉਹਨੂੰ ਇੰਨੇ ਹਜ਼ਾਰ ਰੁਪਇਆ ਦੇਦਾ, ਜਾਂ ਮੇਰੀ ਕਿਤਾਬ ਦਾ ਮਤਲਬ ਕਿਤਾਬ ਦੇ ਬਰਾਬਰ ਕਿਤਾਬ ਲਿਖੇਗਾ ਮੈਨੂੰ ਇੰਨੇ ਹਜ਼ਾਰ ਰੁਪਇਆ ਦੇਗਾ। ਕੈਸੀ ਜਹਾਲਤ ਹੈ ਮੇਰੀ ਅਗਰ ਮੈਂ ਇਸ ਤਰ੍ਹਾਂ ਦੀ ਗੱਲ ਕਰਨਾ, ਕਿਉਂਕਿ ਕੋਈ ਪੈਰਾਮੀਟਰ ਹੀ ਨਹੀਂ ਨਾ। ਟੋਨੀ ਸਾਹਿਬ ਬਹੁਤ ਪਿਆਰੀ ਗੱਲ ਕਰ ਰਹੇ ਸਨ ਕਿ ਕਿਹੜਾ ਪੈਰਾਮੀਟਰ ਹੈ ਜਿਹਦੇ ਉੱਤੇ ਅਸੀਂ ਉਹਨੂੰ ਚੈੱਕ ਕਰਾਂਗੇ ਕਿ ਇਸ ਕਿਤਾਬ ਚੋਂ ਤੇ ਉਸ ਕਿਤਾਬ ਚੋਂ, ਇਸ ਕਸੀਦੇ ਚੋਂ ਤੇ ਉਸ ਕਸੀਦੇ ਚੋਂ ਸੋਹਣਾ ਕਿਹੜਾ ਤੇ ਕੋਝਾ ਕਿਹੜਾ। ਬਹੁਤ ਪਿਆਰੀ ਗੱਲ ਟੋਨੀ ਸਾਹਿਬ ਨੇ ਕੀਤੀ, ਮੈਂ ਇਹਨਾਂ ਨਾਲ 100% ਐਗਰੀ ਹਾਂ। ਮੈਂ ਕਹਿੰਦਾ ਤੁਹਾਡੀਆਂ ਇਹ ਗੱਲਾਂ ਵੀ ਕਮਾਲ ਦੀਆਂ ਨੇ, ਜਦੋਂ ਤੁਸੀਂ 100% ਐਗਰੀ ਕਰ ਜਾਂਦੇ ਹੋ। ਮੈਂ ਕਹਿੰਦਾ ਬਹੁਤ ਹੀ ਖੁਸ਼ੀ ਦੀ ਗੱਲ ਹੁੰਦੀ ਹੈ। ਮੇਰਾ ਦਿਲ ਕਰਦਾ ਮੈਂ ਲੱਡੂ ਵੰਡਾਂ ਜਦੋਂ ਕਿਸੇ ਚੀਜ਼ ਨੂੰ ਐਗਰੀ ਕਰਦੇ ਨੇ। ਮੈਂ ਕਹਿੰਦਾ ਮੈਂ ਸਾਹਿਬ ਦੇ ਡਿਫੈਕਟ ਹੀ ਆ ਰਹੀ ਤਾਂ ਮੈਂ ਕੀ ਕਰਾਂ। ਇਹ ਅਲੱਗ ਗੱਲ ਹੈ, ਮੈਨੂੰ ਦਾ 100% ਇਤਫਾਕ ਕਰਨਾ ਵੀ ਉਹਦੇ ਚ ਗਲਤੀ ਕੀ ਹੈ ਸੈਣੀ ਸਾਹਿਬ? ਇਹਦੇ ਚ ਕੋਈ ਗਲਤੀ ਹੈ ਜਿਹੜੀ ਉਹਨਾਂ ਗੱਲ ਕੀਤੀ ਟੋਨੀ ਸਾਹਿਬ ਨੇ? ਮੈਂ ਕਹਿੰਦਾ ਬਸ ਕਿਤਾਬ ਨੂੰ ਕਿਸ ਤਰ੍ਹਾਂ ਮੈਂ ਹੁਣ ਲਿਖ ਦੇਵਾਂ, ਮੈਂ ਕੱਲ ਲਿਖ ਦੇਵਾਂ ਬਰਾਹੀਨੇ ਅਮਰੀਆ ਤੇ ਆਖਾਂ ਵੀ ਇਹਦਾ ਰੱਦ ਲਿਖ ਕੇ ਵਹਾਓ ਜਾਂ ਇਹਦੇ ਬਰਾਬਰ ਦੀ ਕਿਤਾਬ ਲਿਖ ਕੇ ਵਹਾਓ, ਤੇ ਕੌਣ ਹੋਵੇਗਾ ਜਿਹੜਾ ਫੈਸਲਾ ਕਰੇਗਾ ਕਿ ਇਹ ਅਮਰ ਦੀ ਕਿਤਾਬ ਨਾਲੋਂ ਇਹ ਸਾਡੀ ਕਿਤਾਬ ਬਿਹਤਰ ਹੈ? ਨਹੀਂ ਫਿਰ ਅਮਰ ਸਾਹਿਬ ਇਹ ਕਰਨ ਨਾ ਕਿ ਆਪਣਾ ਮਿੰਟੋ ਪਾਰਕ ਬੁਲਾਓ, ਜਹਾਲਤ ਹੀ ਹੈ ਨਾ ਮੇਰੀ। ਆਪ ਹੀ ਕਲਮਾ ਚੱਲਣਗੀਆਂ ਤੇ ਆਪ ਹੀ ਜਵਾਬ ਲਿਖੇ ਜਾਣਗੇ, ਫੇਰ ਮਜ਼ਾ ਇਹ ਬਿਲਕੁਲ ਸਹੀ ਇਹਨਾਂ ਨੇ ਫਰਮਾਇਆ ਹੈ ਕਿ ਮੂੰਹ ਕਾਲਾ ਕਰਾਉਣ ਵਾਲੀ ਗੱਲ ਹੈ। ਤੇ ਮੈਂ ਇਹਦੇ ਨਾਲ ਬਿਲਕੁਲ ਟੋਨੀ ਸਾਹਿਬ ਦੀ ਗੱਲ ਜਿਹੜੀ ਹੈ ਨਾ, ਪੱਤੇ ਦੀ ਗੱਲ ਕਰਦੇ ਨੇ ਬੰਦੇ, ਕਦੇ ਕਦੇ ਬੋਲਦੇ ਨੇ ਪਰ ਗੱਲ ਸੁਣੀ ਕਰਦੇ ਨੇ। ਟੋਨੀ ਸਾਹਿਬ ਹੋਰ ਕੋਈ ਇਲਮੀ ਗੱਲ ਵੀ ਕਰ ਲਓ ਖੁਦਾ ਦਾ ਨਾਮ। ਮੇਰੇ ਖਿਆਲ ਹੈ ਸਭ ਤੋਂ ਬਿਹਤਰ ਹੈ ਸਭ ਕਰੋ ਇਲਮੀ ਗੱਲ, ਬਿਸਮਿਲ੍ਲਾ ਕਰਕੇ ਇਲਮੀ ਗੱਲ ਕਰੋ ਕਿ ਇਲਮੀ ਭਾਈ ਇੱਕ ਕੁਰਾਨ ਜੀ ਸੈਣੀ ਭਾਈ 1 ਮਿੰਟ ਚਾਹੀਦਾ ਹੈ। ਮੈਂ ਜੀ ਮੇਰੇ ਨਾਲ ਮੁਤਫਿਕ ਹੋਣ ਨਾਲ ਮੈਂ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦਾ ਤੇ ਮੈਂ ਵੀ ਉਹਨਾਂ ਨਾਲ ਮੁਤਫਿਕ ਹਾਂ, ਉਹਨਾਂ ਦੇ ਉਸਤਾਦ ਨਾਲ ਜਿਹਨਾਂ ਨੇ ਫਰਮਾਇਆ ਸੀ खुदा ताला झूठे दगाबाज मुफसद और नाफरमान लोगों को लंबी उम्रें दिया करता है ताकि वो इस मोहलत में और भी बुरे काम करें। मैं भी उन्होंने दे नाल इस मुतफिक हाँ कि ये गल दुरुस्त है। उमली लहुम मिन कैदी मतीन। और फिर फरमाते हैं कि हज़रत सल्लल्लाहु अलैहि वसल्लम बावजूद सच्चा नबी होने के मुसलमा कज़ाब से पहले इंतकाल फरमा गए और मुसलमा बावजूद काज़ब होने के सादक से पीछे मरा। मैं ਇਹਦੇ ਨਾਲ ਵੀ ਮੁਤਫਿਕ ਹਾਂ, ਬਿਲਕੁਲ ਸਹੀ ਹੈ। ਜਿਹੜੀ ਗੱਲ ਜਿਹੜੀ ਕਿਸੇ ਦੀ ਸਹੀ ਹੋਵੇ ਉਹ ਮੰਨ ਲੈਣੀ ਚਾਹੀਦੀ। ਅਮਨ ਨਜ਼ੀਰ ਸਾਹਿਬ ਦਾ ਨਾਲ ਇਸ ਗੱਲ ਨਾਲ ਮੁਤਫਿਕ ਹਾਂ। रंजन भाई माफी चाहता हूँ, ਮੈਨੂੰ लेकिन ये खुदा हाँ जी, हाँ। ऐसे अल्लामा साहब की गल सुनो। जी जी ਮੈਂ ਹੁਣ ਟੋਨੀ ਸਾਹਿਬ ਨੇ ਮੁਖਾਤਬ ਕੀਤਾ ਤੇ ਮੈਂ ਉਹਨਾਂ ਦੀ ਗੱਲ ਦਾ ਜਵਾਬ ਦੇਣਾ ਚਾਹੁੰਦਾ ਵੀ ਮੈਂ ਤੁਹਾਡੀ ਇਸ ਗੱਲ ਨਾਲ ਵੀ ਮੁਤਫਿਕ ਹਾਂ ਟੋਨੀ ਸਾਹਿਬ। ਤੁਹਾਡੇ ਨਾਲ ਮੇਰਾ 99% ਇਤਫਾਕ ਹੀ ਹੁੰਦਾ ਹੈ ਕਿ ਇਹ ਬਿਲਕੁਲ ਜਿਹੜੀ ਉਹਨਾਂ ਨੇ ਗੱਲ ਫਰਮਾਈ ਹੈ ਮੌਲਾਨਾ ਸਨਾਉਲਾ ਅੰਮ੍ਰਿਤਸਰੀ ਨੇ ਕਿ ਕਦੇ ਝੂਠਾ ਸੱਚੇ ਦੀ ਜ਼ਿੰਦਗੀ 'ਚ ਮਰ ਜਾਂਦਾ ਹੈ, ਕਦੇ ਸੱਚਾ ਝੂਠੇ ਦੀ ਜ਼ਿੰਦਗੀ 'ਚ ਮਰ ਜਾਂਦਾ ਹੈ। ਇਹ ਕੋਈ ਮਾਇਆਰ ਨਹੀਂ ਹੈ। ਇਹ ਜ਼ਰੂਰੀ ਨਹੀਂ ਹੈ ਕਿ ਹਮੇਸ਼ਾ ਝੂਠਾ ਹੀ ਸੱਚੇ ਦੀ ਜ਼ਿੰਦਗੀ 'ਚ ਮਰਦਾ ਹੈ। ਜਿਹੜਾ ਬੰਦਾ ਇਹ ਗੱਲ ਕਹਿੰਦਾ ਹੈ ਕਿ ਝੂਠਾ ਹਮੇਸ਼ਾ ਸੱਚੇ ਦੀ ਜ਼ਿੰਦਗੀ 'ਚ ਮਰਦਾ ਹੈ, ਉਹ ਜਾਹਿਲ ਹੈ ਪਰਲੇ ਦਰਜੇ ਦਾ। ਕੁਰਾਨ ਨੇ ਇਸ ਤਰ੍ਹਾਂ ਦਾ ਕੋਈ ਮਾਇਆਰ ਨਹੀਂ ਬਿਆਨ ਕੀਤਾ, ਬਲਕਿ ਕੁਰਾਨ ਨੇ ਇਹਦੇ ਬਰਅਕਸ ਮਾਇਆਰ ਬਿਆਨ ਕੀਤਾ ਜਿਹੜਾ ਸੈਣੀ ਸਾਹਿਬ ਨੇ ਵੀ ਮੈਂਸ਼ਨ ਕੀਤਾ ਹੈ ਕਿ ਅੱਲਾਹ ਤਾਲਾ ਕਈ ਵਾਰੀ ਉਹਨੂੰ ਮੋਹਲਤ ਦਿੰਦਾ ਹੈ ਕਿ ਉਹ ਬਾਜ਼ ਆ ਜਾਏ, ਬਾਜ਼ ਆ ਜਾਏ, ਬਾਜ਼ ਆ ਜਾਏ। ਹਾਂ ਬਿਲਕੁਲ ਮੋਹਲਤ ਦਿੰਦਾ ਹੈ ਅੱਲਾਹ ਤਾਲਾ ਝੂਠੇ ਨੂੰ, ਉਹ ਬਾਜ਼ ਨਹੀਂ ਆਉਂਦਾ। ਫਿਰ ਇੱਕ ਦਿਨ ਆਉਂਦਾ ਹੈ ਕਿ ਉਹ ਖੁਦ ਅੱਲਾਹ ਨੂੰ ਹੀ ਚੈਲੰਜ ਕਰ ਦਿੰਦਾ, ਜਿਸ ਤਰ੍ਹਾਂ ਅਬੂ ਜਹਲ ਨੇ ਕੀਤਾ ਸੀ ਨਾ, ਤੇ ਆਖਿਆ ਸੀ ਯਾ ਅੱਲਾਹ ਫੈਸਲਾ ਕਰ ਦੇ, ਮੇਰਾ ਤੇ ਮੁਹੰਮਦ ਅਰਬੀ ਸੱਲੱਲਾਹੁ ਅਲੈਹਿ ਵਸੱਲਮ ਦਾ ਫੈਸਲਾ ਕਰ ਦੇ, ਸਾਡੇ ਦੋਵਾਂ ਚੋਂ ਜਿਹੜਾ ਝੂਠਾ ਹੈ ਉਹਨੂੰ ਸੱਚੇ ਦੀ ਜ਼ਿੰਦਗੀ 'ਚ ਮਾਰ ਦੇ
ਤੇ ਅੱਲਾਹ ਤਾਲਾ ਨੇ ਆਖਿਆ ਇਨ ਤਸਤਫਤਿਹੂ ਫਕਦ ਜਾਅਕੁਮੁਲ ਫਤਹ। ਇਹ ਲੋ ਜੀ, ਇਹ ਫੈਸਲਾ ਚਾਹੁੰਦੇ ਸੀ, ਇਹ ਆ ਗਿਆ ਜੀ ਫੈਸਲਾ। ਜੇ ਤੁਸੀਂ ਇਹ ਚਾਹੁੰਦੇ ਹੋ ਕਿ ਮੈਂ ਫੈਸਲਾ ਕਰਾਂ ਕਿ ਤੁਹਾਡੇ ਦੋਵਾਂ ਚ ਝੂਠਾ ਕਿਹੜਾ ਹੈ, ਤੇ ਇਹ ਪਿਆ ਜੀ ਫੈਸਲਾ। ਬਿਲਕੁਲ ਜਦੋਂ ਅੱਲਾਹ ਤਾਲਾ ਨੂੰ ਚੈਲੰਜ ਕਰੀਏ ਤੇ ਅੱਲਾਹ ਤਾਲਾ ਫੈਸਲਾ ਭੇਜ ਦਿੰਦਾ ਅਸਮਾਨ। ਇਹ ਤੇ ਬਿਲਕੁਲ ਮੈਂ ਐਗਰੀ ਹਾਂ ਜੀ ਟੂਨੀ ਸਾਹਿਬ, ਤੁਹਾਡੀ ਗੱਲ ਨਾਲ ਕਿਸੇ ਨਾਲ ਮੇਰਾ ਇਖਤਲਾਫ ਹੈ ਹੀ ਨਹੀਂ ਸਰ। मैं भी तो अंदर इतफाक करता, जिस तरह हुसैनी साहब ने कहा कि देर अगर है तो अंधेर हरगिज नहीं, कौले उमली लहुम इन्ना कैदी मती, सुन्नतुल्लाह है ला जरम बिल यकीन। बात ऐसी नहीं कि बदल जाएगी। गल है वे कि अगर कोई यह कहता है मेरा मुकाबला तो आपसे है, अगर मैं मर गया तो मेरे मरने से और लोगों पर क्या हुज्जत हो सकती है। खुदा के रसूल चूंकि रहीम करीम होते हैं और उनकी हर वक्त यही ख्वाहिश होती है कि कोई शख्स हलाकत में ना पड़े, मगर आप क्यों मेरी हलाकत की दुआ करते हैं। जब इस तरह की हो तो वाकई अल्लाह ताला उनको उसकी रस्सी को दराज कर सकता है। और ਅੱਛਾ ਇਹ ਦੱਸੋ ਵੀ ਜਿਹੜਾ 1896 ਦੇ ਵਿੱਚ ਜਲਸਾ ਮਜ਼ਾਹਿਬ ਆਲਮ ਜਿਹਨੂੰ ਕਿਹਾ ਜਾਂਦਾ ਹੈ, ਉਹਦੇ ਚ ਮੁਸਲਮਾਨਾਂ ਦੀ ਤਰਫੋਂ ਮੌਲਵੀ ਸਨਾਉल्लाह ਸਾਹਿਬ ਅੰਮ੍ਰਿਤਸਰੀ ਵੀ ਪੇਸ਼ ਹੋਏ, ਉਹਨਾਂ ਨੇ ਵੀ ਤਕਰੀਰ ਕੀਤੀ। ਇਹ ਗੱਲ ਠੀਕ ਹੈ? शेख बटालवी ने की, शेख बटालवी ने की। जिसमें इस्लामी उसूलों की फिलासफी पढ़ी गई थी। ਹਾਂ ਮੇਰਾ ਖਿਆਲ ਹੈ ਕਿ ਉਹਦੇ ਚ ਮੌਲਵੀ ਨੂਰਦੀਨ ਸਾਹਿਬ ਦੀ ਸਦਾਰਤ ਚ ਉਹਨਾਂ ਨੇ ਇਹਨਾਂ ਦੀ ਤਾਰੀਫ ਕਰਕੇ ਉਹਨਾਂ ਨੂੰ ਬੁਲਾਇਆ ਕਿ ਇਹ ਨੌਜਵਾਨ ਨੇ, ਇਹ ਇਸਲਾਮ ਦੇ ਆਕੀ ਕਰਨਗੇ ਤਕਰੀਰ। ਇਹ ਠੀਕ ਹੈ ਗੱਲ? ਉਹ ਜਿਹੜਾ ਨਾ ਜਲਸਾ ਮਜ਼ਾਹਬ ਆਲਮ, ਹਾਂਜੀ। ਉਹਦੇ ਚ 6 ਰੁਕਨੀ ਜਿਹੜੀ ਕਮੇਟੀ ਸੀ ਨਾ, ਜਾਂ ਜਿਨ੍ਹਾਂ ਨੇ ਉਹ ਜਲਸਾ ਤੇ ਉਹਦੇ ਸਵਾਲਾਤ ਵਗੈਰਾ ਤੈਅ ਕਰਨੇ ਸੀ, ਜਾਂ ਉਹ 6 ਰੁਕਨੀ ਕਮੇਟੀ ਅਗਰ ਤੁਸੀਂ ਪੜ੍ਹ ਲਓ ਨਾ ਕਿ 6 ਰੁਕਨੀ ਕਮੇਟੀ ਕਿਹੜੀ ਸੀ, ਹਾਂਜੀ ਤੇ ਫਿਰ ਤੁਸੀਂ ਖੁਦ ਜਲਦੀ ਇਸ ਨਤੀਜੇ ਤੇ ਪਹੁੰਚ ਜਾਓਗੇ ਹਾਂ ਕਿ ਕਿਹਦਾ ਮਜ਼ਮੂਨ ਫਸਟ ਆਉਣਾ ਚਾਹੀਦਾ ਸੀ ਔਰ ਕਿਉਂ ਆਇਆ। ਹਾਂ ਗੱਲ ਸਮਝ ਗਏ? ਠੀਕ, ਉਹ ਠੀਕ, ਠੀਕ। ਹਿੰਦੂਆਂ ਦੇ ਆਰੀਆਂ ਦੇ ਨਾਲ ਰਲ ਕੇ ਇੱਕ 6 ਰੁਕਨੀ ਕਮੇਟੀ ਬਣੀ ਸੀ, ਤੇ ਉਸ 6 ਰੁਕਨੀ ਕਮੇਟੀ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸਦੇ ਹੋ ਸਦਾਰਤ ਵੀ ਇਹਨਾਂ ਦੀ, ਕਿ ਉਹ ਜਿਹੜੇ ਖਲੀਫਾ ਉਹਨਾਂ ਦਾ ਨਾਮ ਰਸ਼ੀਦ ਸੀ ਉਹ ਵੀ ਇਹਨਾਂ ਦੇ, ਜਿਹੜੇ ਨੇ ਕਮਾਲਦੀਨ ਸਾਹਿਬ ਇਹ ਵੀ ਇਹਨਾਂ ਦੇ, ਫਿਰ ਇਹਨਾਂ ਦੇ ਜਿਹੜੇ ਮੀਰ ਨਾਸਰ ਨਵਾਬ ਸਾਹਿਬ ਨੇ ਇਹ ਵੀ ਉਸ ਕਮੇਟੀ ਦੇ। ਇਹ 6 ਬੰਦਿਆਂ ਚੋਂ ਨਾ ਤਕਰੀਬਨ ਤੁਸੀਂ 4-5 ਬੰਦੇ ਵੇਖੋ ਤੇ ਆਪਣੇ ਹੀ ਬੰਦੇ ਸਨ ਕਮੇਟੀ ਦੇ ਵਿੱਚ। ਓ ਅੱਛਾ ਅੱਛਾ। ਤੇ ਸ਼ੇਖ ਬਟਾਲਵੀ ਨੇ ਵੀ ਉੱਥੇ ਮਜ਼ਮੂਨ ਪੜਿਆ ਸੀ, ਲੇਕਿਨ ਮਿਰਜ਼ਾ ਸਾਹਿਬ ਨੇ ਲੋਕਾਂ ਨੂੰ ਪਹਿਲੇ ਹੀ ਦੱਸ ਦਿੱਤਾ ਸੀ ਕਿ ਮੇਰਾ ਮਜ਼ਮੂਨ ਫਸਟ ਆਏਗਾ, गालिब रहेगा। तो वो शेख साहब का मजमून छपा हुआ है, किधर है? हम पढ़े अगर बटालवी साहब का। और मैं पढ़ के सुना, मेरे को है पे लैपटॉप ਦੇ ਵਿੱਚ। कितनी देर का है वो? तो 2-3 दिन पढ़ा गया होगा वो भी। काफी लंबा मजमून है, जाहिर है टाइम तो काफी लग जाएगा ਉਹਦੇ ਤੇ। नहीं, ये जो इस्लामी उसूलों की फिलासफी तो मैं 3 दिन तक पढ़ा गया था, एक्स्ट्रा टाइम भी आ गया था। भाई नहीं, जितना टाइम ਦੋਸਤ ਸਮਝਣਗੇ ਕੀ ਮਜ਼ਮੂਨ ਹੈ, ਸੁਣਾ ਦਿਓ ਭਾਈ, ਸੁਣਾ ਦਿਓ। जितना टाइम ऐसा मतलब आमिर साहब ने जो फरमाया है भी कादियानी ने साजिश नाल ही किया कि साडा मजमून गालिब रहेगा, क्योंकि बंदे ही अपने सन सारे। ਇਹ ਵੀ ਸਮਝ ਆ ਗਿਆ, ਮੈਨੂੰ ਨਹੀਂ ਪਤਾ ਸੀ। ਜਮੀਲ ਸਾਹਿਬ ਜਿਹੜੇ ਬੰਦੇ ਮੈਂ ਦੱਸੇ ਨੇ, ਜੇ ਉਸ ਕਮੇਟੀ ਦੇ ਮੈਂਬਰ ਨਾ ਹੋਣ ਤੇ ਫਿਰ ਤੁਸੀਂ ਮੈਨੂੰ ਝੂਠਾ ਕਰਾਰ ਦੇ ਦਿਓ, ਚੈੱਕ ਕਰ ਲਓ। ਇਹ ਸਮਝ ਹੀ ਨਹੀਂ ਆਂਦੀ ਕਿ ਆਪਣਾ ਮੁਸਲਮਾਨ ਉਦੋਂ ਵੀ ਅੱਜ ਦੇ ਵਕਤ ਨਾਲ ਕਮਜ਼ੋਰ ਹੀ ਸਨ, ਸਾਰਾ ਕੁਝ ਕਰਕੇ ਵੀ ਕੰਮ ਪੈ ਗਿਆ ਤੇਰੇ ਨਾਲ ਥੋੜੀ ਦੇਰ। मैं जितने कहना तो क्यों नहीं छेड़दा। देखो अपना ਤੁਸੀਂ ਕਮੇਟੀ ਦੇ ਮੈਂਬਰ ਚੈੱਕ ਕਰੋ। सैयद अपनी मर्जी नाल गल्लां करदे ने। सैयद बादशाह दे ये क्वालिटी है कि ਇਹੋ ਜਿਹੇ ਗਾਣੇ ਗਾਉਂਦੇ ਨੇ ਚੰਗੇ ਚੰਗੇ ਮੁਬਾਰਕ ਔਰ ਪਾਕ। ਗੱਲ ਹੈ ਵੇ ਕਿ ਮੁਸਲਮਾਨ ਉਸਲੇ ਵੀ ਵਿਚਾਰੇ ਮਜਬੂਰ ਹੀ ਸਨ ਆਪਣਾ। ਇਹ ਕਹਿੰਦੇ ਨੇ ਮੌਲਵੀ ਸਨਾਉल्लाह ਸਾਹਿਬ ਨੇ ਮਜ਼ਮੂਨ ਪੜਿਆ ਆ, ਸੋਨੀ ਸਾਹਿਬ ਕਹਿੰਦੇ ਨੇ। ਨਹੀਂ ਮੈਂ कहना कि ਉਸਲੇ ਵੀ ਮੁਸਲਮਾਨ ਜਿਹੜੇ ਸਨ ਮਜਬੂਰ ਹੀ ਸਨ ਵਿਚਾਰੇ, ਜਿਸ ਤਰ੍ਹਾਂ ਅੱਜ ਵੀ ਮਜਬੂਰ ਨੇ। ਤੇ ਇਹ ਕਾਦੀਆਨੀਅਤ ਫੈਲਦੀ ਜਾਂਦੀ ਪਈ ਹੈ, ਸਾਜ਼ਿਸ਼ਾਂ ਹੁੰਦੀਆਂ ਨੇ ਹਰ ਜਗ੍ਹਾ ਤੇ। ਤੇ ਸ਼ੁਰੂ ਤੋਂ ਹੀ ਦੇਖੋ ਕਿ ਮਜਬੂਰ ਹੀ ਰਹੇ ਨੇ ਵਿਚਾਰੇ। ਇਹਨਾਂ ਤੇ ਬਹੁਤ ਤਰਸ ਆਉਂਦਾ ਮੈਨੂੰ ਇਹਨਾਂ ਦੀਆਂ ਹਾਲਤਾਂ ਤੇ ਕਿ ਵਿਚਾਰੇ। ਮਿਰਜ਼ਾ ਸਾਹਿਬ ਨੂੰ ਖੁਦਾ ਨੇ ਦੱਸ ਛੜਿਆ ਵੀ ਤੁਹਾਡਾ ਮਜ਼ਮੂਨ ਫਸਟ ਆਵੇਗਾ, ਫਿਰ ਕੌਣ ਰੋਕ ਸਕਦਾ ਸੀ? ਬਸ ਨਹੀਂ, ਉਹ ਸਨਾਉल्लाह ਅੰਮ੍ਰਿਤਸਰੀ ਸਾਹਿਬ ਤੇ ਰੋਕ ਸਕਦੇ ਸਨ, ਉਹ ਤੇ ਅੱਲਾ ਮੀਆਂ ਤੋਂ ਨਹੀਂ ਉਹ ਕਿਸ ਨੂੰ ਰੋਕ ਸਕਦੇ ਸਨ? ਜਦੋਂ ਖੁਦਾ ਨੇ ਮਿਰਜ਼ਾ ਸਾਹਿਬ ਨੂੰ ਦੱਸ ਛੜਿਆ ਤੁਹਾਡਾ ਮਜ਼ਮੂਨ ਫਸਟ ਆਵੇਗਾ, ਭਾਈ ਕਿਉਂ ਨਹੀਂ ਅੱਲਾ ਮੀਆਂ ਮਸ਼ਵਰਾ ਕਰ। ਇੱਕ ਤੇ ਅੱਲਾ ਨੇ ਗਲਤੀ ਕੀਤੀ ਕਿ ਮਸ਼ਵਰੇ ਸਨਾਉल्लाह ਅੰਮ੍ਰਿਤਸਰੀ ਸਾਹਿਬ ਤੇ ਮੁਹੰਮਦ ਸਾਹਿਬ ਬਟਾਲਵੀ ਸਾਹਿਬ ਨਾਲ ਮਸ਼ਵਰਾ ਕਰਨ ਤੋਂ ਬਾਅਦ ਬਗੈਰ ਹੀ ਮਿਰਜ਼ਾ ਸਾਹਿਬ ਨੂੰ ਨਬੀ ਬਣਾ ਦਿੱਤਾ, ਮਹਿਦੀ ਬਣਾ ਦਿੱਤਾ। ਇਹ ਸਭ ਤੋਂ ਵੱਡੀ ਅੱਲਾ ਮੀਆਂ ਦੀ ਇੱਕ ਗਲਤੀ ਸੀ। ਦੂਜੀ ਗਲਤੀ ਇਹ ਕੀਤੀ ਕਿ ਮਿਰਜ਼ਾ ਸਾਹਿਬ ਨੂੰ ਕਹਿਤਾ ਵੀ ਤੇਰਾ ਮਜ਼ਮੂਨ ਰਹੇਗਾ ਗਾਲਬ।
ਤੇ ਬੰਦੇ ਵੀ ਉਹਨਾਂ ਦੇ ਆਪਣਾ ਕਮੇਟੀ 6 ਦੇ 6 ਪਾ ਦਿੱਤੇ। ਤੇ ਇਹ ਸਾਰੇ ਅੱਲਾ ਮੀਆਂ ਜਿਹੜਾ ਨਾ ਉਹ ਆਪਣਾ ਮੁਸਲਮਾਨਾਂ ਦੇ ਨਾਲ ਹੀ ਨਹੀਂ, ਉਹ ਸਹੀ ਕਿਹਾ ਅਲਾਮਾ ਇਕਬਾਲ ਨੇ, काफिर को दे दी तूने हूरो कसूर और मुसलमान से सिर्फ वादा है हूर। तो अलामा इकबाल ਐਵੇਂ ਨਹੀਂ ਵਿਚਾਰਾ ਰੋਂਦਾ ਮਰਿਆ, ਉਹ ਸਹੀ ਕਹਿੰਦਾ ਰਿਹਾ ਜੋ ਜਿਹੜਾ ਸ਼ਿਕਵਾ ਕੀਤਾ ਅੱਲਾ ਮੀਆਂ ਨੇ ਠੀਕ। ਯਾਰ ਮੈਂ ਤੇ ਅਹਿਮਦ ਨਜ਼ੀਰ ਸਾਹਿਬ ਦੀ ਇਸ ਗੱਲ ਦੇ ਉੱਤੇ ਇਤਫਾਕ ਕਰਦਾ और मिर्जा साहब भी फरमाते ने यार श्योर हो गया, ये कहाँ लिखा है कि झूठा सच्चे की जिंदगी में मर जाता है? हमने तो अपनी तसानीफ में ऐसा ही लिखा। हमने तो ये लिखा है कि मुबाहला करने वालों में से जो झूठा हो वो सच्चे की जिंदगी में मर जाता है। क्या हज़रत सल्लल्लाहु अलैहि वसल्लम के सब आदा उनकी जिंदगी में हलाक हो गए थे? हजारों आदा आपकी वफात के बाद जिंदा रहे। हाँ, झूठा मुबाहला करने वाला सच्चे की जिंदगी में हलाक हुआ करता है। ऐसे ही हमारे मुखालिफ भी हमारे मरने के बाद जिंदा रहेंगे। ऐसे ही हमारे मुखालिफ भी हमारे मरने के बाद जिंदा रहेंगे। हम तो ऐसी बातें सुनकर हैरान हो जाते हैं। देखो हमारी बातों को कैसे उलट पुलट करके पेश किया जाता है, और तहरीफ करने में वो कमाल किया है कि यहूदियों के भी कान काट दिए हैं। क्या किसी नबी, वली, कुतब, गौस के ज़माने में ऐसा हुआ कि सब आदाब मर गए हों, बल्कि काफर मुनाफिक बाकी रह गए थे? हाँ, इतनी बात सही है कि सच्चे के साथ जो झूठे मुबाहला करते हैं तो वो सच्चे की जिंदगी में हलाक होते हैं। ऐसे एतराज करने वालों से पूछें कि हमने कहाँ लिखा है कि बगैर मुबाहला करने के ही झूठे सच्चे की जिंदगी में तबाह और हलाक हो जाते हैं। वो जगह तो निकालो जहां ये लिखा है। अक्टूबर 1907 सफ़ा नंबर 9। जी 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 सैनी साहब कागज पेंसिल लो ਤੇ ਮੇਰੇ ਹਸਤਾਖਰ ਕਰਵਾਓ, ਮੈਂ ਇਹਦੇ ਤੇ ਵੀ ਮੁਤਫਿਕ। अच्छा ਇਹਦੇ ਤੇ ਵੀ ਮੈਂ 100% ਦਸਤਖਤ ਕਰਕੇ ਦੇਣਾ। ਜਿਹੜੀ ਮਿਰਜ਼ਾ ਸਾਹਿਬ ਨੇ ਗੱਲ ਫਰਮਾਈ ਹੈ ਨਾ, या ਸੋਨੇ ਦੇ ਪਾਣੀ ਨਾਲ ਲਿਖਣ ਵਾਲੀ ਅੱਲਾ ਕਰਨ ਵਾਲਾ ਨਾ ਝੂਠਾ, हाँ ਉਹ ਸੱਚੇ ਦੀ ਜ਼ਿੰਦਗੀ 'ਚ ਜ਼ਰੂਰ ਮਰਦਾ ਹੈ। ਜਿਹੜਾ ਮੁਬਾਲਗ ਉਂਝ ਤੇ ਸੱਚੇ ਦੀ ਜ਼ਿੰਦਗੀ ਝੂਠਾ ਮਰ ਜਾਂਦਾ ਹੈ। ਤੇ ਜਿਸ ਤਰ੍ਹਾਂ ਵੀ ਮਿਰਜ਼ਾ ਸਾਹਿਬ ਫਰਮਾਉਂਦੇ ਨੇ हाँ ਕਿ ਕਈ ਮੁਖਾਲਫਾਂ ਦੀ ਜ਼ਿੰਦਗੀ 'ਚ ਬੰਦਾ ਆਪ ਵੀ ਮਰ ਜਾਂਦਾ, ਕਈ ਮੁਖਾਲਫ ਜ਼ਿੰਦਾ ਰਹਿੰਦੇ ਨੇ, ਠੀਕ ਹੈ। नहीं होता इसमें। ਲੇਕਿਨ ਮੁਬਾਹਲਾ ਕਰਨ ਵਿੱਚ ਜਿਹੜਾ ਝੂਠਾ ਏ, ਉਹ ਦੋ ਮੁਬਾਹਲਾ ਕਰਦੇ ਨੇ, ਉਹਨਾਂ 'ਚ ਇੱਕ ਝੂਠਾ ਮੋਬਾਈਲ, ਇੱਕ ਸੱਚਾ ਮੋਬਾਈਲ। ਜਿਹੜਾ ਝੂਠਾ ਮੋਬਾਈਲ ਏ ਉਹ ਸੱਚੇ ਮੋਬਾਈਲ ਦੀ ਜ਼ਿੰਦਗੀ 'ਚ ਮਰਦਾ ਹੈ। ਟੋਨੀ ਸਾਹਿਬ, ਮਿਰਜ਼ਾ ਸਾਹਿਬ ਦਾ ਮੌਲਾਨਾ ਅਬਦੁੱਲਾ ਗਜ਼ਨਵੀ ਨਾਲ ਮੁਬਾਹਲਾ ਹੋਇਆ ਸੀ 1893 'ਚ। ਇਹਨਾਂ ਦੋਵਾਂ 'ਚ ਕਿਹੜਾ ਪਹਿਲੇ ਫੌਤ ਹੋਇਆ ਸੀ? मैं सिर्फ मैं इस वेले ਤੁਹਾਡੀ ਜਿਹੜਾ ਇਤਫਾਕ ਹੈ, ਇਤਫਾਕ ਫਾਊਂਡਰੀ ਦੇ ਉੱਤੇ ਮੈਂ ਅਬੂ ਵਫਾ ਦੇ ਨਾਲ ਵੀ ਮੁਬਾਲਾ ਹੋਇਆ ਸੀ, ਉਹਦੇ ਨਾਲ ਦੱਸੋ ਤਾਂ ਅੱਛਾ ਦੱਸੋ। ਇੱਕ ਹੋਇਆ ਮੁਬਾਲਾ? यार एक मिनट जरा अगर कहते मैं चुप कर जाना। नहीं ਤੁਸੀਂ ਜ਼ਰੂਰ गल है वे ਉਹ ਤਾਂ अबुल वफा सनाउल्लाह अमृतसरी साहब रहमतुल्लाह अलैह ने ਜਿਹੜਾ ਇਹ फरमाया ना, मैं उसमें 100% इत्तफाक करता कि खुदा ताला झूठे, दगाबाज, मुफसद और नाफरमान लोगों को लंबी उम्रें दिया करता है ताकि वो इस मोहलत में और भी बुरे काम करे। मैं मेरे दस्तखत करा लो, मोहर लवा लो। अबुल वफा सनाउल्लाह अमृतसरी साहब रहमतुल्लाह अलैह दे इस कौल दे उत्ते मैं बिल्कुल मुत्तफिक हां तुहाडे नाल अहमद नज़ीर साहब। बहुत खूब। ਇਹ ਹੋ ਗਈ ਨਾ ਗੱਲ, ਤੇ ਪਿੱਛੇ ਟੁਰ ਗਈ ਨਾ। ਝੂਠੇ ਨੂੰ, ਦਗਾਬਾਜ਼ ਨੂੰ ਅੱਲਾਹ ਪਾਕ 68 ਸਾਲ ਜ਼ਿੰਦਗੀ ਦੇ, 69 ਸਾਲ ਜ਼ਿੰਦਗੀ ਦੇ, ਮਾਲਕ ਦੀ ਮਰਜ਼ੀ ਹੈ, ਲੰਮੀ ਜ਼ਿੰਦਗੀ ਦਿੰਦਾ ਤਾਂ ਕਿ ਉਹ ਝੂਠ ਬੋਲ ਇਫਤਰਾ ਕਰ ਲੈ। ਮੈਂ ਸਵਾਲ ਇਹ ਕੀਤਾ ਹੈ, ਜਿਹੜਾ ਝੂਠਾ ਮੁਬਾਹਲਾ ਕਰਨ ਵਾਲਾ ਹੈ ਉਹ ਸੱਚੇ ਦੀ ਜ਼ਿੰਦਗੀ 'ਚ ਵਾਕਈ ਮਰ ਜਾਂਦਾ ਹੈ? ਇਹ ਗੱਲ ਠੀਕ ਹੈ? ਇਹਦੇ ਨਾਲ ਐਗਰੀ ਹੋ ਤੁਸੀਂ ਇਸ ਅਸੂਲ ਨਾਲ? ਲਾਜ਼ਮ ਨਹੀਂ, ਲਾਜ਼ਮੀ नहीं यार चलो मैं फिर चुप कर जाना, तुसी बोलो। सॉरी सॉरी देखो सॉरी
सनाउल अबुल वफा सनाउल्ला अमृतसरी साहब रहमतुल्लाह अलैह ने फरमाया है हजरत सल्लल्लाहु अलैहि वसल्लम बावजूद सच्चा नबी होने के मुसलमा कज़ाब से पहले इंतकाल फरमा गए और मुसलमा बावजूद काज़िब होने के सादक से पीछे मरा। मुरक्का कादियानी अगस्त 1907 सफ़ा नंबर 9। मैं अबुल वफा सनाउल्ला अमृतसरी रहमतुल्लाह अलैह दे इस फैसले ਨੂੰ ਵੀ ਮਨੋ ਅਨ ਤਸਲੀਮ ਕਰਦਾ ਕਿ ਅੱਲਾਹ ਤਾਲਾ ਨੇ ਬਿਲਕੁਲ ਜੋ ਕੁਛ ਕਰ ਦਿਖਾਇਆ ਸੁਭਾਨ ਅੱਲਾਹ ਬਿਲਕੁਲ ਸਹੀ ਦੁਰਸਤ ਕੀਤਾ ਹੈ। ਸੈਨਿਸਰ ਮੈਂ ਖਾਣਾ ਹੈ ਸਵਾਲ ਦਾ ਜਵਾਬ ਲੈ ਦਿਓ। ਜੀ ਇਹਦਾ ਜਿਹੜਾ ਮੁਬਾਹਲਾ ਕਰਨ ਵਾਲਾ ਝੂਠ ਹੈ ਉਹ ਸੱਚੇ ਦੀ ਜ਼ਿੰਦਗੀ 'ਚ ਮਰ ਜਾਂਦਾ, ਇਹ ਗੱਲ ਠੀਕ ਹੈ? ਮੈਂ ਫਿਰ ਕੋਈ ਗੱਲ ਕੀਤੀ, ਮੈਂ ਖਾਣਾ ਖਾਣ ਟੁਰ ਗਿਆ ਸੀ ਤੇ ਕੋਈ ਗੱਲ ਕੀਤੀ ਨਾ ਪਿੱਛੋਂ ਕਹਿੰਦੇ ਪਏ ਵੀ ਜਿਹੜਾ ਮੁਬਾਹਲਾ ਕਰਨ ਵਾਲਾ ਝੂਠਾ ਹੁੰਦਾ ਸੱਚੇ ਦੀ ਜ਼ਿੰਦਗੀ 'ਚ ਮਰ ਜਾਂਦਾ। ਅਮਨ ਜੀ ਸਾਹਿਬ ਖਾ ਕੇ ਆਏ ਹੋ? ਅਮਨ ਜੀ ਸਾਹਿਬ ਖਾ ਕੇ ਕੀ ਆਏ ਹੋ ਤੁਸੀਂ? ਟੋਨੀ ਸਾਹਿਬ ਇਤਫਾਕ ਹੋ ਜਾਏ ਫਿਰ ਇਸ ਗੱਲ ਤੇ ਵੀ ਜਿੱਥੇ ਇੰਨੀਆਂ ਗੱਲਾਂ ਤੇ ਹੋ ਗਿਆ, ਮੇਰਾ ਦਿਲ ਇਹਦੇ ਤੇ ਵੀ ਇਤਫਾਕ ਕਰ ਲਈਏ। ਮੁਬਾਹਲੇ ਦੇ ਨਤੀਜੇ 'ਚ ਜਿਹੜਾ ਝੂਠਾ ਹੁੰਦਾ ਸੱਚੇ ਦੀ ਜ਼ਿੰਦਗੀ 'ਚ ਮਰ ਜਾਂਦਾ ਹੈ। ਟੋਨੀ ਸਾਹਿਬ ਇਹੀ ਲਿਖਿਆ ਮਿਰਜ਼ਾ ਸਾਹਿਬ ਨੇ। ਇਹ ਨਵੰਬਰ 1907 ਦੀ ਤਹਿਰੀਰ ਹੈ ਕਿ ਅਕਤੂਬਰ 1907 ਦੀ ਤਹਿਰੀਰ ਹੈ ਟੋਨੀ ਸਾਹਿਬ? ਜਿਹੜਾ झूठा मुबाहला करने वाला होता है वो सच्चे की जिंदगी में मर जाता है। जब माहौल ऐसा हो कि दूसरे को बात करने के मौका नहीं देना और उसकी बात को चगला देना है। सैनी साहब माहौल सही करो भी सैनी साहब, फिर ये मुनासिब ये होता है कि वो बात ना की जाए, कोई बात नहीं। मैंने वो रिक्वेस्ट कर लेना नहीं, मैंने जो ਮਾਹੌਲ ਨੂੰ ਸਾਫ਼ ਕਰ ਦਿੰਨੇ ਆ। ਅਗਰ ਤੁਸੀਂ ਦੋਵਾਂ ਨੇ ਕਰਨੀ ਹੈ ਤਾਂ ਬਾਕੀ ਸਾਰਿਆਂ ਕੋਲੋਂ ਅਸੀਂ ਇਜਾਜ਼ਤ ਲੈ ਕੇ ਤੁਹਾਡੇ ਦੋਵਾਂ ਦੇ ਦਰਮਿਆਨ ਕਰਾ ਦਿੰਨੇ ਆ। ये ज्यादा अच्छा हो जाएगा क्योंकि लोग बहुत बोल रहे हैं बीच में। तो बात यह है कि सबको नजर आ रहा है उसारी भाई। मैंने एक तहरीर पढ़ना चाह रहा था, मैं वो लाइब्रेरी में गया, मैं खास तौर पर स्टडी में गया हूँ, किताब खोल ली है उसके पढ़ रहा हूँ, लेकिन आपने मुझे 3 लाइनों में 4 दफा रोका है और मैंने तो कोई नहीं रोका, मैंने तो सिर्फ एक दफा पूछा था। मैंने बिल्कुल रोका नहीं, कहाँ से पढ़ने लगे इस तरह? नहीं सानी भाई इस तरह ना करें, ये सारे सुन रहे हैं, अब सबको झुटला रहे हैं, अब सबके इंटेलेक्ट को आप चलो फिर वो सारा मेरा कसूर है, मैं माफी चाहता हूँ। नहीं माफी तो ठीक है आपने की, लेकिन आप हकायक को तो ना झुटलाएं। चले ठीक, मैं मेरी दानिश में तो यही है कि मैंने हकीकत है हुसैनी भाई, मोहतरम प्यारे हुसैनी भाई, कि मैंने तहरीर पढ़ना चाहिए, आपने बार बार मुझे रोका, मेरे एहतजाज करने के बावजूद आपने रोका। इस हकीकत को आप कैसे झुटला सकते हैं? ये जो सब सुन रहे हैं, आप इन सबको सबकी याददाश्त के ऊपर समझते हैं कि वो डिलीट हो जाएगी और आप ये तासुर देंगे कि आपने नहीं रोका, हालांकि ये अमरे वाक़या है कि आपने रोका है, मेरे एहतजाज के बावजूद रोका है। आप इसको कैसे झुटला सकते हैं? इस तरह ना करें, इस तरह फिर आपकी अपनी क्रेडिबिलिटी जो है दांव पे लग जाती है और मुझे ये पसंद नहीं है कि आपकी क्रेडिबिलिटी बिल्कुल खत्म हो जाए। नहीं, आपने कर तो दी है, जो बातें बताई उससे तो मुझे सिर्फ सिवाय शर्मिंदगी के और कुछ नहीं होना चाहिए। नहीं, मुझे अपने आप को गलत समझ लेना चाहिए। नहीं, आप फरमा रहे हैं कि आपने मुझे इंटरप्ट नहीं किया, ये आप दुरुस्त बात कर रहे हैं। मैं ये अगर इजाजत हो तो मैं ये कहूंगा कि मैंने बेसाख्ता जब आप पढ़ने लगे थे, चूंकि उसमें लफ्ज आया कि मौलवी सनाउल्लाह को ज्यादा जिंदगी मिली, तो मैंने कहा ये मेरा तसर ये था कि शायद आप मिर्जा साहब की तारीर पढ़ रहे हैं। मैंने कहा ये तारीर तो उनकी नहीं हो सकती, तो मैंने इतना पूछा था कि ये किसकी तारीर पढ़ रहे हैं, तो आपने कहा टोके ना, तो फिर मैं खामोश हो गया। फिर आप पढ़ते, फिर एक दफा मैंने ख्याल किया कि अब आपने खत्म कर ली है बात, तो मैंने कहा कि ये एक ही तारीर आपने पढ़ी है या 2 जगह से पढ़ी ये बात उस वक्त अंदर, तो दोनों जगह मेरी गलती है, मैं माफी चाहता हूँ। ठीक है। हाँ, इस तरह सानी भाई होता ही है कि कोई संजीदा अगर गुफ्तगू कर रहा है, अब उसको 2-3 दफा ठिबियां दे दें तो फिर वो बदमजा हो जाता है ना। पता नहीं, मेरा तो कोई मफाद उसमें नहीं था कि मैं ठिब्बी दे के मजमून को बदलूं। मेरा मकसद सिर्फ इतना ही था जो मैंने कहा है, पहला ये कि क्या मिर्जा साहब की कोई तारीर पढ़ रहे हैं या किसी और की पढ़ रहे हैं, इतना पूछा था। तो वो अगर कोई तारीर पढ़ भी रहा हो तो उसके दरमियान भी ये कह सकता है, और यह कह सकता है तुम खामोश हो जाओ, बाद में बताएंगे तो भी ठीक, कोई अर्ज नहीं। मैंने आपको कहा था कि मैं बाद में सारे ठीक है, तो मैं खामोश हो गया, मैंने कोई जिद तो नहीं की। क्या खामोश नहीं हुए ना, ये सारे सुन रहे हैं,
मतलब क्या फिर ये मैंने कोई कहा कि नहीं मैंने जरूर ही पूछना। नहीं हुसैनी भाई, हम कोई तारीख का मैंने बस मुताला इतनी बात किया कि मैं खामोश हो गया। हम ये रेफरेंस तो नहीं दे रहे हैं ना कि तो बुखारी ठीक में ये होगी लिखा है, ये बात, मुस्लिम में ये मतलब किसी लिखा हुआ तरह है। तो कोई भाई ये बात असल मेरी पॉइंट पे आते हैं। मैं अपनी बदखुल्की की मैं समझ गया हूँ कि इस मौके पे मुझसे बहुत फाश गलती हुई है और मैंने बदखुल्की की है, मैं माफी चाहता हूँ। चलें ठीक है, अब आप जारी रखें। अल्लाह करे कि हम आइंदा बेहतर रवैये सामने ला सके तो जी ठीक उसमें है, ही कामयाबी होगी। जी ठीक है, अब आप बात जारी रखें। चलें आप बता दें टोनी साहब कि ये जो असूल है, आप इस असूल से मुत्फिक हैं कि झूठा मुबाहला करने वाला सच्चे की जिंदगी में फौत हो जाता है? अगर मुबाहला की जो है उसमें मुकाबल पे आए, मिर्जा साहब ने यही कहा है कि जो मुबाहला करता है, मुबाहला करने के बाद जो झूठा होता है वो सच्चे की जिंदगी में मरता है, या जो भी मुबाहला तय हो। और उसमें उन्होंने तफसील से ये बताया, जो मैं बयान कर रहा था उस वक्त मैं लाइब्रेरी में था, मैं किताब मैंने सामने खोली हुई थी, और मैं क्योंकि जब किसी को आप कोट करते हैं तो फिर आप पर जिम्मेदारी होती है कि अपने अल्फाज की आमेजिश ना हो। अब मैं अलहदा बैठा हुआ हूँ, अब जो मैं बताऊंगा तो वो मेरा मफहूम होगा, वो मेरे अल्फाज होंगे। उस वक्त क्योंकि मैं इस मूड में था, नहीं आपने क्या खोलना है, क्यों अगर जरूरत हुई तो मैं दोबारा लाइब्रेरी चला जाऊंगा। मेरे हाथ में रहती, दूसरे हाथ में जो मेरा मोबाइल है उसमें लाइब्रेरी है, आप जितनी चाहें लाइब्रेरी ले लें। लेकिन ये सूल जो आपने बयान किया है ये मुझे नहीं पता है, ये ज़बानी मुझे याद है, ये सूल वहां पर लिखा हुआ है। मैं मिर्जा साहब ये सूल वहां पर लिखा हुआ है कि हमने मिर्जा साहब ने, टोनी साहब, मिर्जा साहब ने ये बात कही है कि हमने कब ये बात कही है कि भाई झूठा हमेशा सच्चे की जिंदगी में मरता है। इस तरह तो फिर जितने भी हैं लोग उनके मुखालफ जितने हैं वो सारे तो नहीं ना मर जाते। ये बात मिर्जा साहब ने लिखी है, मुझे लफज बलफज याद है। जो उन्होंने आगे बात लिखी, हमने तो ये कहा है कि मुबाहला के नतीजे में जो झूठा मुबाहला होता है, कलामी कर रहा हूं मैं, यही तहरीर पढ़ के सुनाई है, सुनने वाले सुन चुके हैं। मैंने यही कहा। आप अब इस तहरीर से मुतफिक भी हैं कि नहीं टोनी साहब? मैं मिर्जा साहब की इस बात से मुतफिक हूं कि मुसलमा कज़ाब रसूल अकरम सल्लल्लाहु अलैहि वसल्लम की वफात के बाद भी जिंदा रहा। नहीं वो ठीक है, झूठा था, वो ठीक है। मैं मुबाहले की बात कर रहा हूं, मैं मुबाहले की बात मुबाहले की बात कर रहा हूं। मुबाहले के नतीजे में मिर्जा साहब का ये मौक़िफ़ है कि अगर मुबाहला होता है तो उस मुबाहले के बाद जो झूठा होता है वो सच्चे की जिंदगी में मरता है, ये उसको सजा ठीक है, ठीक है, ठीक है। मिर्जा साहब का मुबाहला हुआ है मौलाना अब्दुल्ला गजनवी के साथ सल्लल्लाहु अलैहि वसल्लम की हदीस मुबारका भी मैंने अर्ज की थी। टोनी साहब हो गई ना बात, अगर वो इत्तेफाक हो गया सर, नजरान के ईसाई मुबाहले से फरार इख्तियार ठीक है, ठीक है, वो तो हुआ ही नहीं ना, वो तो हुआ ही नहीं, वो तो हुआ ही नहीं। मैं कह रहा हूं कि अब मुबाहला जो है वो मिर्जा साहब का और मौलाना अब्दुल हक गजनवी का हुआ था 1893 में, ये सवाल है। अब्दुल्ला गजनवी साहब हो, सादुल्ला लुधियानवी हो, अब्दुल्ला आथम हो, लेखराम पेशावरी हो, अलेक्जेंडर डोई हो, उससे इसको मजमून को फैलाने में मुझे कोई दिलचस्पी नहीं। मजमून नहीं फैला रहा, मेरी बात सुने, सनाउल्लाह अमृतसरी साहब, इस पर आप महदूद रहें। टोनी साहब मेरी बात तो सुन लेना, ये जो असूल है मैं उसी असूल के तहत सवाल कर रहा हूं कि मिर्जा साहब ने जिंदगी में एक ही मुबाहला किया, मैं दावा कर रहा हूं, नोट कर लें, रिकॉर्ड कर लें। एक ही मुबाहला मिर्जा साहब का जिंदगी में आमने सामने मसनून मुबाहला हुआ। अमृतसर में ईदगाह के पास छोटी सी मस्जिद थी, सूफी अब्दुल हक गजनवी का और मिर्जा साहब का वहां पर मुबाहला हुआ 1893 के मई के महीने। सुन तो लें, अबुल वफा सनाउल्लाह अमृतसरी साहब उनकी बात करते हैं, उनकी बात करते हैं, मामला यहाँ उनकी भी बात करूंगा, रखे मुझे ठीक है, उस पे बात करते हैं। इसमें दाएं जो फैसला हुआ है ऊपर नीचे जाने की ना मुझे जरूरत है ना ख्वाहिश है, ना मैं जाऊंगा। ठीक है, भाई इनको चुप करवाएं, माहौल को सही रखें भाई, माहौल को सही रखें, इनको जरा तकरीरी मवाले हुए हैं। इनको भाई को बंदा है, इस तरह यार बात नहीं हो सकती। टोनी साहब ये किसके साथ बात हो रही है कि जो टोनी साहब के साथ, हाँ, तो दूसरे बंदे खामोश रहे ताकि उनसे बात जारी रहे। जी जी, और दूसरे बंदे महसूस करते हैं ना कि महसूस करते हैं ना। अच्छा बात यह है टोनी साहब, जो आपने असूल बयान किया, मैं सिर्फ एक फिक्रे की बात करके वापस मौलाना सनाउल्लाह अमृतसरी की बात पे आ जाऊंगा।
بتائیں کیا مرزا صاحب کا اور صوفی عبداللہ غزنوی کا مئی کے مہینے میں 1893 میں مباہلہ ہوا تھا عیدگاہ کے ساتھ چھوٹی سی مسجد میں امرتسر میں؟ ہاں یا کہتے کہ نہیں ہوا یا کہتے ہوا تھا؟ ثناء اللہ امرتسری صاحب کی بات کریں، میں ادھر پر اور میں کسی اور طرف نہیں جانا، میں یہ سارے جو ہے کھیل وہ کھیل نہیں، پھر یہ اصول کیوں بیان کیا آپ میں نے اس وقت پھر مرزا صاحب نے یہ اصول بیان کیوں کیا؟ پر بات نہیں کرنی، آپ اس میں کامیاب نہیں ہوں گے پھر یہ کہ مجھ سے کوئی رائے لے سکے، میں کوئی رائے نہیں، میں یہ کہہ رہا ہوں پھر آپ نے یہ اصول آپ نے کیوں بیان کیا کہ جھوٹا مباہلہ کرنے والا سچے کی زندگی میں مر جاتا ہے؟ یہ آپ نے کیوں بیان کیا؟ میں نے ثناء اللہ امرتسری صاحب اور مرزا صاحب کے تناظر میں بات کرنا چاہتا ہوں، کروں گا، اور اس کے علاوہ اور کوئی بات نہیں کروں گا۔ ہاں کرتے ہیں، وہ کرتے ہیں، وہ کرتے ہیں کے دن سعد اللہ لدھیانوی کی ماں پوچھے گی نا مرزا صاحب سے، میں نے ان کی بات اہل حدیث سے تعلق رکھتے ہیں، ثناء اللہ امرتسری صاحب آپ کو روحانی رہنما سمجھتے ہیں، تو اس لیے صوفی عبداللہ غزنوی بھی اہل حدیث تھے، ہاں ہاں جو بھی اہل حدیث تھے، جو عبداللہ میں نے ان پر بات سارے غزنوی میں نے ان پر بات نہیں کرنی، میں نے صرف ثناء اللہ امرتسری صاحب پر کرنی۔ آپ کو دقت کیا؟ نہ کریں، اچھا چلیں اس پہ بھی نہیں کرتے۔ یہ بتا دیں کہ جو جھوٹا مباہلہ کرنے والا ہے وہ سچے کی زندگی میں مر جاتا ہے، کیا مرزا صاحب نے زندگی میں کوئی مباہلہ کیا کسی سے؟ یہ بتا دیں۔ آپ ثناء اللہ امرتسری صاحب اور مرزا صاحب کے تناظر میں بات ہو رہی ہے، صرف وہاں تک محدود رکھیں، اور آپ کو یہ میں اطلاع عرض کرتا ہوں کہ آپ میں اتنی صلاحیت نہیں ہے کہ آپ زبردستی مجھ سے وہ اگلوائیں یا کہلوائیں جو میں نہیں کہنا چاہتا، آپ میں اتنی صلاحیت نہیں ہے، آپ اس کو تسلیم کر لیں۔ آپ کو شدید نہیں، اس کے لیے صلاحیت کی ضرورت نہیں ہوتی، نہیں ٹونی صاحب میری بات، اس کے لیے دلچسپی نہیں ہے کہ میں اپنے مضمون سے ہٹوں۔ ثناء اللہ امرتسری صاحب یہ جو ہے نا ان کے بارے میں بات ہوگی، اور صرف ان کے بارے میں، اور کوئی بات نہیں۔ اب جتنا مرضی ٹھیک ہے، آپ میں اتنی صلاحیت ہی نہیں ہے کہ مجھ سے وہ کام کروا سکے۔ اسی پہ کرتے ہیں، میں یہ کہہ رہا ہوں کہ آپ میں اتنی صلاحیت نہیں ہے، کسی صلاحیت ہے کیا مجھ سے اس کو اکسوا سکے، جو میں پہلے کہہ چکا ہوں، میں نہیں کروں۔ وہ ہاں میں بتاتا ہوں سر، مجھے بات تو کرنے دینا۔ جس صلاحیت کی آپ بات کر رہے ہیں نا، وہ گجرات صدر تھانے میں بندہ ہو تو وہ صلاحیت وہاں بروئے کار لائی جا سکتی ہے، یہاں پر ٹک ٹاک پر تو بات ہی کرنی ہے نا۔ آپ کہتے ہیں میں نے جواب نہیں دینا، تو میرے پاس کون سی صلاحیت ہے جو میں آپ کے اندر سے نکلوا لوں گا بات؟ وہ تو تھانے بندہ آیا ہوا ہو، صدر تھانہ گجرات ہو تو بندہ نکلوا لیتا ہے۔ تو بہرحال اگر آپ نہیں بتانا چاہتے تو میں ایک فکرے میں بات ختم کر دیتا ہوں، اور دوسری وہ مولانا ثناء اللہ امرتسری کی بات شروع کرتا ہوں۔ بات یہ ہے، جب عبداللہ اتم کے ساتھ مرزا صاحب کا مناظرہ ہو رہا تھا 22 مئی 1893 سے لے کر 5 جون 1893 تک، 15 روز کے دوران 25 مئی کو مرزا صاحب نے خود مولانا عبدالحق غزنوی کو بلایا۔ انہوں نے کہا کہ میں مباہلے کے لیے نہیں آنا چاہتا، آپ کرسچنوں سے مناظرہ کر رہے ہیں۔ مرزا صاحب نے کہا نہیں، اب جو پیچھے ہٹے وہ ایسی تیسی اس کی، آؤ مباہلہ کرو میرے ساتھ۔ وہاں ان کا مباہلہ ہوا 25 مئی 1893 کو، اور اس مباہلے کے نتیجے میں مرزا صاحب 26 مئی 1908 کو فوت ہوئے، اور صوفی عبدالحق غزنوی رحمہ اللہ وہ 1916 میں فوت ہوئے۔ یہ ساری بات یاد رکھیں، جو اصول مرزا صاحب نے پیش کیا تھا کہ جھوٹا مباہلہ کرنے والا سچے کی زندگی میں مر جاتا ہے، تو مرزا صاحب نے زندگی میں یہ ایک ہی مباہلہ کیا تھا، اس کے نتیجے میں مرزا صاحب 8 سال پہلے صوفی عبداللہ غزنوی سے فوت ہو گئے تھے۔ اب بات کرتے ہیں جی مولانا ثناء اللہ امرتسری کی۔ مولانا ثناء اللہ امرتسری کے بارے میں لعنت اللہ علی الکاذبین، جب میں بار بار یہ کہہ چکا ہوں کہ میں ثناء اللہ امرتسری صاحب کے علاوہ کسی پر بات نہیں کرنا چاہتا، نہ کروں گا، کیونکہ آپ کو فرار کا رستہ مل جاتا ہے۔ میں جب اہل حدیث کے انفرار کی تو یہ بتا چکا ہوں کہ اے مداری، تیرے سب شعبے ہم دیکھ چکے، اب تیرے پاس دکھانے کو رہا ہی کیا ہے؟ وہی پرانا دوسروں کو کر کے مشتعل کر کے اپنے یہ مدعا تیار کرنے کے لیے، جیسے انہوں نے اپنی زندگی میں کیا، ایسے ہی اب ان کے جو چاہنے والے ہیں ان کو فراد اللہ لدھیانوی ہو، الیگزینڈر ڈوئی ہو، کوئی مارٹن کلارک ہو، ہزار
किस्म के मुखालफिन का हज़रत मिर्ज़ा ग़ुलाम अहमद कादियानी अलैहिस्सलाम को सामना करना पड़ा। मेरा वहां पर जाने का कोई इरादा नहीं है। आप सनाउल्लाह अमृतसरी साहब और मिर्जा साहब की बात करते हैं, वहां तक महदूद रखिए, लेकिन मेरा हिज़्ब मुखालिफ जो हैं उनकी मुसलसल कोशिश है कि किसी तरह इंगेख्त करके मुझे मजमून से दूर किया जाए, जिसमें ये दूर किया जाए, जिसमें ये कि मुझे मुश्तिल करने के लिए वो उस तरह ये हो गया, लिए वो उस तरह ये हो गया। आप सनाउल्लाह अमृतसरी साहब के वो अल्फाज जो उन्होंने बयान किए, जो उन्होंने लिखे, जो उन्होंने लिखे किए, जो उन्होंने लिखे किए, जो उन्होंने लिखे, आप इसमें मुसलसल और नाकाम रहेंगे। ठीक है, आपने अगर बात करनी है तो वो करते हैं। तो जो सनाउल्लाह अमृतसरी साहब ने कहा आपने राजा साहब के साथ ये उस पर ज्यादा संजीदगी से गुफ्तगू करें, ये उनका हक है और आपका भी हक है। नहीं, लेकिन अगर आप हल्की फुल्की कोई बात करने जाते हैं, मैं तो आपसे आपकी बातों से कि आपने फरमाया कि मैं ताहिर अमजद से मुत्तफिक हूं, तो मैंने भी जहां पर आपसे इत्तफाक हो सके, आपका जो अगर उनके साथ ठीक है, तो अगर मुझसे आप खाकसार को ये इज्जत अफजाई देना चाहेंगे या लेना चाहेंगे तो हम किसी और वक्त तय कर लेंगे, मुझे इसमें कोई दिक्कत नहीं है। लेकिन आप प्लीज अगर कूलू कौलन सदीदा सीधी सीधी बात करें, सनाउल्लाह अमृतसरी साहब और मिर्जा साहब, दैट इज इट, किसी और की बात नहीं होगी। ठीक है, ठीक है, ठीक है। अच्छा, ये जो आपने इबारत पढ़ी थी वो अब आपके हाथ में है, जो आप पढ़ रहे थे, कि हमने कहा ये बात लिखी है कि झूठा सच्चे की जिंदगी में मरता है? मेरी उस वक्त थी हाथ में, अब मैं फिर वो लाइब्रेरी में जाता हूँ और देख लेता हूँ। मुझे बता दे, मैं आपको बता देता हूँ, मौलाना अबू वफा से हम बता देंगे, उनकी दलील है ये। तो यार ये फिर मसला बड़ा हो जाता है, ये बंदा वालेकुम सलाम रहमतुल्लाह वबरकातुहू। भाई 1 on 1 बात हो रही है, सब्र रखे सारे साथी, मेहरबानी आपकी। अच्छा, छोटा सा वो देखने लगे थे, मैंने कहा दरमियान में अच्छा सा सवाल पूछ लें, छोटा सा आमिर साहब से पूछना चाहिए, सवाल पूछ सकते मौजूद इधर उधर हो जाएगा ना वाटर साहब, फिर बात कर लें। नहीं, आमिर साहब सवाल पूछ लेना चाहिए। आप कई सवाल पूछ लेते हैं, क्या वो वाटर भाई जो है उनको भी तो इजाजत होनी चाहिए, हमें भी इजाजत होनी चाहिए, कोई सवाल आप तो आलम है। एक दूसरे से सवाल पूछ ले, मुझे टोनी साहब को बात करने दें, अली वाला भाई से सवाल करें, सैनी साहब से सवाल करें, अटवाल साहब से सवाल करें, मुझे मैं बात कर रहा हूँ। अलामा नज़ीर साहब, आपसे तो सवाल किया जा सकता है ना यार। जजे ठहर जाए यार, बात हो रही है, रहने दो यार। चले कोई नहीं, देख लेते हैं कि यहाँ तक बात चलती है, देखते हैं। सवाल तो बहुत सारे हैं, इतने सवाल हैं कि ये तो आज चुप कर जाए जजे। आओ जजा साहब, मेरे प्यारे जजा साहब, ये बताएं यार, ये सनाउल्लाह अमृतसरी अगर इतनी बड़ी फतह हासिल कर ली उन्होंने मुसलमानों के लिए, तो मुसलमानों ने कभी उनको कोई इज्जत क्यों नहीं दी? ये भी बहुत बड़ा मसला है, लेकिन उनका तो कुछ भी नहीं पता चलता। उनका उर्स नहीं मनाते, उर्स नहीं मनाते। उनका मजाक उड़ाएंगे, वो मिर्जा साहब का उड़ाएंगे। नहीं, कोई नहीं, कोई उसको कोई नहीं उड़ा, नहीं, कोई नहीं, कोई उसको कोई नहीं उड़ा, नहीं, कोई नहीं, कोई उसको कोई नहीं उड़ा। जो भी बात हो रही है, दो बंदों मौत। अगर अपने अकाबरीन की इज्जत अजीज है, सारे चुप कर जाओ, सारे अपने तो ये जारी नहीं, ये लाजमी चीज है। सिर्फ टोनी साहब बाकी सारे बार-बार इंटरप्ट कर रहे हैं, कोई जरूरत नहीं। मैं सिर्फ अर्ज करना चाह रहा हूँ अपने एमडी टोनी साहब नो लामा साहब नो रहन दियो, बाकी सारे ला दियो, ऐसे इंटरप्ट कर रहे हैं बार-बार। चलो सब सारे ला दो, अली हक वाला सारे ये जो आपने नया मंदिर बनाया ना अली वाला, अलामा साहब, मैं ये कह रहा हूँ
احمدی بھائیوں سے یہ کہہ رہا ہوں کہ دیکھیں اگر اپنے اکابرین کی عزت عزیز ہے تو لازم ہے کہ ہزار اختلاف کے باوجود بھی دوسروں کے اکابرین کی عزت کریں. اگر میں ثناء اللہ کریں اگر میں ثناء اللہ کریں اگر میں ثناء اللہ کریں اگر میں ثناء اللہ کی حق نہیں پہنچتا کہ میں اپنے مخالفین احمدیت ہیں ان سے یہ توقع رکھوں کہ وہ حضرت مرزا صاحب علیہ الصلوۃ والسلام کا نام عزت سے لیں گے. ٹھیک ہے. اگر میں عملی طور پر اس کا مظاہرہ نہیں کرتا کہ مجھے جو مرضی کہا جائے میں ان کے اکابرین کا نام عزت سے لوں گا, شاید ان کو آج نہیں تو کل شرم آ جائے, کل نہیں تو پرسوں غیرت آ جائے, یا کوئی وہ ہمت کر لے اور اپنی اخلاقی جرت کا کم از کم انسانیت سے مکمل اور دور کا تعلق بھی قائم کر سکنے میں وہ کامیاب ہو. مجھے اس میں خوشی ہوگی. تو لہٰذا میں ثناء اللہ امرتسری صاحب کا مزار جہاں پہ واقعہ ہے, کیا لوگ ہیں, میں اس طرح کی باتیں جو ہیں اس کو یہاں پر نا مغرب کا ٹائم ہو رہا ہے. ٹونی صاحب اگر عبارت آپ کو مل گئی ہو تو وہ تھوڑا سا یہ بتا دیں کہ وہ تاریخ کس تاریخ کی عبارت ہے اور اس میں یہ الفاظ لکھے ہوئے ہیں کہ نہیں لکھے ہوئے, کہ ہم نے کہاں یہ بات لکھی ہے کہ جھوٹا سچے کی زندگی میں مرتا ہے. یہ الفاظ اور یہ تاریخ بتا دیں کون سی ہے. یہ وہ اجاز احمدی صفحہ نمبر 37. حسینی بھائی آپ کے پاس ہے کتاب؟ ہاں جی اجاز احمدی صفحہ نمبر 37 اگر آپ کھول سکیں تو ٹھیک ہے. میں اس میں یہ بات نہیں ہے. یہ مولوی عامر نذیر صاحب اب اگر مجھے بات نہیں کرنے دیں گے اور انٹرپٹ کریں گے اس میں نہیں ہے یہ کہ مجھ میں بھی صلاحیت ہے, الفاظ کا ذخیرہ میرے پاس کم نہیں ہے. آپ سے درخواست یہ ہے میں اپنی غلطی درست بھی کر لوں گا, مان بھی لوں گا, لیکن باری باری. ٹھیک ہے. ٹھیک. حضرت مسیح موعود علیہ الصلوۃ والسلام کا اشتہار مسودہ مباہلہ ہے, جس طرح قرآن مجید کی آیت مباہلہ میں لعنت اللہ علی الکاذبین حضرت صلی اللہ علیہ وآلہ کی طرف سے مسودہ مباہلہ تھی, وہاں چونکہ عیسائی بھاگ گئے اس لیے مباہلہ نہ ہوا اور نہ مرے. حضرت صلی اللہ علیہ وآلہ وسلم نے فرمایا کہ لما حال الحول علی النصارى کلہم حتی یہلکوا, اگر عیسائی مباہلہ کر لیتے اور حضرت صلی اللہ علیہ وآلہ وسلم کی طرح لعنت اللہ علی الکاذبین کہہ دیتے تو ان میں سے ہر ایک سال کے اندر ہلاک ہو جاتا. اسی طرح ہم بھی کہتے ہیں کہ اگر مولوی ثناء اللہ صاحب بھی حضرت مسیح موعود کے مقابلے پر میدان مباہلہ سے بھاگ نہ جاتے اور حضرت کی خواہش کے مطابق وہی بد دعا کرتا ہے تو یقیناً ہلاک ہو جاتا. میں معذرت کے ساتھ الفاظ لکھا ہوئے میں وہ واحد کا صیغہ استعمال کر رہا ہوں جو میں یہ ذاتی طور پر پسند نہیں ہے. جیسا کہ حضرت مسیح موعود, اچھا آپ ایک سن لیں, جیسا کہ حضرت مسیح موعود علیہ السلام نے خود تحریر فرمایا ہے کہ اگر اس چیلنج پر وہ یعنی ثناء اللہ امرتسری صاحب مستعد ہوتے کہ کاظم صادق کے پہلے مر جاتے تو ضرور وہ پہلے مریں گے. یہ ہے اجاز احمدی جس میں صفحہ نمبر 37 جس کا میں حوالہ حسینی صاحب کو کہا کہ پڑھے. یہ کھولی حسینی صاحب آپ نے اجاز احمدی, اجاز احمدی 19ویں جلد ہے. ہاں جی اس کا نا اجاز احمدی جو ہے 19ویں جلد میں ہے, تو اس میں یہ کہہ رہے ہیں سامنے ہے یہ میں اس میں صرف یہ ہے کہ اگر اس میں جو حوالہ ہے نا اگر اس چیلنج پر آدھا صفحہ جو ہے وہ حاشیے کا ہے, میں سارا پڑھ دوں کیا کہتے ہیں دیکھ وہ جس میں یہ رہنا کہ اگر اس چیلنج پر وہ اب وہ بریکٹ میں ثناء اللہ لکھا آدھا صفحہ پڑھ دیتا ہوں جہاں آپ کو ٹھیک لگا صحیح ہے. وہ کہتے ہیں مجھے 2 لائنوں کا نا وہ آخری میں وہ پڑھنا چاہتا ہوں, اس کے بعد میں رک جاتا ہوں, پھر آپ کریے. ٹھیک ہے. پس جس طرح وہاں نجران کے عیسائیوں کا فرار خدائی فیصلہ بروئے مباہلہ کے رستے میں روک ثابت ہوا, مدرجہ بالا فرار اس کو ہلاکت سے بچا گیا. نہ حضرت مسیح موعود علیہ السلام حضرت صلی اللہ علیہ وسلم سے بڑے ہیں اور نہ مولوی ثناء اللہ صاحب نجران کے عیسائیوں سے بڑا ہے.
جی آپ پڑھ دیجیے. وہ کہتے ہیں کہ 1 ہفتہ کی ان کو مہلت دیتا ہوں، یہ کل 12 دن ہے اور 2 دن ڈاک کے لیے بھی ان کا حق ہے. پس اگر اس تاریخ سے یہ اور اردو عبارت ان کے پاس پہنچے 14 دن تک اسی قدر اشعار بلیغ فصیح جو اس مقدار اور تعداد سے کم نہ ہوں شائع کر دیں تو میں 10,000 روپیہ ان کو انعام دوں گا. ان کا اختیار ہوگا کہ مولوی محمد حسین صاحب سے مدد لیں یا کسی اور سے مدد لے لیں. نیز اس وجہ سے بھی ان کو کوشش کرنی چاہیے کہ میرے ایک اشتہار میں پیشگوئی کے طور پر خبر دی گئی ہے کہ اخیر دسمبر 1902 تک کوئی خار کی عادت نشان ظاہر ہوگا، اور گو وہ نشان اور صورتوں میں بھی ظاہر ہو گیا ہے. لیکن اگر مولوی ثناء اللہ صاحب اور دوسرے مخاطبین نے اس میعاد کے اندر اس قصیدہ اور اس اردو مضمون کا جواب نہ لکھا یا نہ لکھوایا تو یہ نشان ان کے ذریعہ سے پورا ہو جائے گا. سو انہیں لازم ہے کہ اگر وہ میرے کاروبار کو انسان کا منصوبہ خیال کرتے ہیں تو مقابلہ کر کے اس نشان کو کسی طرح روک دیں. اور دیکھو میں قسم کھا کر کہتا ہوں کہ اگر وہ اکیلے یا دوسروں کی مدد سے میعاد معینہ کے اندر میرے قصیدہ اور اردو عبارت کے مطابق ان کی تعداد کے مطابق قصیدہ چھپوا کر شائع کر دیں گے اور تاریخ وصولی سے 12 دن کے اندر بذریعہ ڈاک میرے پاس بھیج دیں گے تو صرف میں یہی نہیں کروں گا کہ 10,000 روپیہ ان کو انعام دوں گا، بلکہ اس غلبہ سے میرا جھوٹا ہونا ثابت ہوگا. اس صورت میں مولوی ثناء اللہ صاحب اور ان کے رفیقوں کو ناحق کے افتراؤں سے حاجت نہیں رہے گی اور مفت میں ان کی فتح ہو جائے گی، ورنہ ان کا حق نہیں ہوگا کہ پھر کبھی مجھے جھوٹا کہیں یا میرے نشانوں کی تکذیب کریں. دیکھو میں آسمان و زمین کو گواہ رکھ کر کہتا ہوں کہ آج کی تاریخ سے اس نشان کو رکھتا ہوں. اگر میں صادق ہوں اور خدا جانتا ہے کہ میں صادق ہوں تو کبھی ممکن نہیں ہوگا کہ مولوی ثناء اللہ اور ان کے تمام مولوی 5 دن میں ایسا قصیدہ بنا سکیں اور اردو مضمون کا رد لکھ سکے، کیونکہ خدا تعالیٰ ان کی قلموں کو توڑ دے گا اور ان کے دلوں کو غبی کر دے گا. اور مولوی ثناء اللہ کو اس بدگمانی کی طرف راہ نہیں ہے کہ وہ یہ کہے کہ قصیدہ پہلے سے بنا رکھا تھا، کیونکہ وہ ذرا آنکھ کھول کر دیکھے کہ مباحثہ مد کا اس میں ذکر ہے. بس اگر میں پہلے بنایا تھا تب تو انہیں ماننا چاہیے کہ میں عالم الغیب ہوں. بہر صورت یہ بھی ایک نشان ہوا، اس لیے اب ان کو کسی طرف فرار کی راہ نہیں. اور آج وہ اعلان پورا ہوا جو خدا نے فرمایا تھا، قادر کے کاروبار نمودار ہو گئے، کافر جو کہتے تھے وہ گرفتار ہو گئے. یہ ہے یہاں. اور آگے پڑھنا ہے، یہ میں نے پورا 37 صفحہ. اصل بات آ گئی ہے، وہ جو کہہ رہے ہیں نا چیلنج والی بات آ گئی ہے، وہ پڑھ دیں پوری، سارا صفحہ پڑھ دیں. اچھا. اور واضح رہے کہ مولوی ثناء اللہ کے ذریعہ سے عنقریب 3 نشان میرے ظاہر ہوں گے. وہ قادیان میں تمام پیشگوئیوں کی پڑتال کے لیے میرے پاس ہرگز نہیں آئیں گے، اور سچی پیشگوئیوں کی اپنے قلم سے تصدیق کرنا ان کے لیے موت ہوگی. اگر چیلنج پر وہ مستعد ہوئے کہ کاذب صادق کے پہلے مر جائے تو وہ ضرور پہلے مریں گے. اگر اس چیلنج پر وہ مستعد ہوئے کہ کاذب صادق کے پہلے مر جائے تو وہ ضرور پہلے مریں گے، اور سب سے پہلے وہ اردو مضمون اور عربی قصیدہ کے مقابلہ سے عاجز رہ کر جلد تر ان کی روسیائی ثابت ہو جائے گی. اتنے تک ٹھیک ہے؟ ہاں جی ٹھیک ہے. اس پر میں بات کر سکتا ہوں ٹونی صاحب، اجازت ہے؟ میری کیا اجازت ہے، آپ کریں بات. بڑی مہربانی محترم. پہلی بات یہ ہے کہ یہ جو مرزا صاحب نے اس میں قصیدے کا ذکر کیا ہوا ہے نا کہ جس طرح کا میں نے قصیدہ بنایا ہے اس طرح کا قصیدہ بنا کے دکھاؤ، اس پر تو آپ آدھا گھنٹے پہلے جو بات کر چکے ہیں، اس پر میرا کچھ مزید کہنا ضرورت نہیں ہے. اس کی آپ نے بہت اچھی بات کہی ہے اور اس سے میں نے سونے کے پانی سے لکھنے کی کوشش کی ہے. وہ جو الفاظ آپ نے فرمائے ہیں نا، میں انشاءاللہ وہ ریکارڈنگ ابو بکر بھائی نیچے کر رہے ہیں تو میں اس کو محفوظ کروں گا کہ جو بندہ اس طرح کا دعویٰ کرتا ہے کہ جس طرح میں نے قصیدہ بنایا ہے، جس طرح کی میں نے کتاب لکھی ہے، جس طرح کی میں نے دلائل دی، تو یہ تو خیر جو کچھ آپ نے فرمایا میں اس کو دہرانا بھی نہیں چاہتا. جی 2 باتیں آگے لکھی ہوں نا، اور کہ 3 نشان ظاہر ہوں گے. پہلا یہ کہ وہ قادیان میں تمام پیشگوئیوں کی پڑتال کے لیے میرے پاس ہرگز نہیں آئیں گے، اور سچی پیشگوئیوں کی اپنے قلم سے تصدیق کرنا ان کے لیے موت ہوگا. ایک تو آپ نے یہ بتانا ہے کہ کیا مولانا ثناء اللہ امرتسری یہ پڑھ کر قادیان میں آئے تھے کہ نہیں آئے تھے؟ مرزا صاحب کو انہوں نے آ کے کہا تھا یا نہیں کہا تھا کہ مرزا صاحب میں قادیان آ گیا ہوں آپ کی پیشگوئیوں کی پڑتال کے لیے؟ تو مرزا صاحب نے ان کو کہا تھا کہ
अगर तुम पेशगोई की पड़ताल के लिए आए हो तो एक शर्त पर हो सकती है कि तुम एक सत्र लिखोगे, ज्यादा से ज्यादा 2 सत्रें लिख कर एतराज करोगे मेरी पेशगोई पर, मैं उस पर 1 घंटा तकरीर करूंगा। ये तरीका होगा पेशगोई का, पड़ताल का। क्या मौलाना सनाउल्लाह अमृतसरी पेशगोइयों की पड़ताल के लिए कादियान आ गए थे या नहीं आ गए थे? एक तो सवाल ये, क्योंकि ये मिर्जा साहब ने निशान के तौर पर पेश किया है कि अनकरीब मौलवी सनाउल्लाह के जरिए से 3 निशान मेरे जाहिर होंगे। एक निशान उनमें से ये है कि वो कादियान में तमाम पेशगोइयों की पड़ताल के लिए मेरे पास नहीं आएंगे और सच्ची पेशगोइयों की तस्दीक करना उनके लिए मौत होगी। अच्छा, दूसरी बात यह है कि जी अगर वो इस चैलेंज पर मुस्तैद हुए कि काज़िब सादिक के पहले मर जाए तो वो जरूर पहले मरेंगे। हाँ, ये जो मिर्जा साहब ने बात लिखी हुई है इस पर, ये 1902 की तहरीर है। एजाज अहमदी जो है ना, ये 1902 की तहरीर है। इस तहरीर को 15 अप्रैल 1907 के आखिरी फैसला इश्तिहार के साथ कुछ भी सरोकार नहीं है, कोई लेना देना नहीं है। 5 साल बाद का वो जो इश्तिहार है जिसको आपने फरमाया है कि वो मुसव्वदा मुबाहला है, वो मुसव्वदा मुबाहला, सैनी साहब इसी एजाज अहमदी की जो है ना 19वीं जिल्द का 122 सफ़ा अगर आप निकाल के पढ़ दें प्लीज, ऊपर की 4 लाइनें छोड़ के, तो जहां से पैरा शुरू होता है कि ठीक है, चेक करें भला ये मुसव्वदा मुबाहला हो सकता है कि नहीं हो सकता। ये 19वीं जिल्द का सफ़ा बता रहे हैं? हाँ जी, 19वीं जिल्द का 122। ठीक है, जिल्द का 122 जो है वो है 122 पे वो कहते हैं कि अगर एक कज़ाब दुनिया से कूच कर जाए और बाकी लोगों को हदायत हो जाए तो ऐसे मुकाबला वाला नबी का अजर पाएगा, लेकिन हम मौत के मुबाला में अपनी तरफ से कोई चैलेंज नहीं कर सकते क्योंकि हुकूमत का मुआहदा ऐसे चैलेंज हमें मान्य है। बस हाँ मौलवी, हाँ जी ठीक है, पढ़ दें बेशक। हाँ, मौलवी सनाउल्लाह साहब और दूसरे मुखालफों को मना नहीं कि ऐसे चैलेंज से हमें जवाब देने के लिए मजबूर करें, खा वो मौलवी सनाउल्लाह हो या कोई ऐसा मौलवी हो जो मशाहिर में से और अपनी जमात में इज्जत रखता हो, जिसके बारे में कम से कम 50 मौजूद आदमी उसके इश्तिहार पर तस्दीकी शहादत सबूत कर दें। और चूंकि मौलवी सनाउल्लाह साहब अपनी तारीख की रूह से ऐसे चैलेंज के लिए तैयार बैठे हुए मालूम होते हैं, बस हमें इससे कोई इनकार नहीं कि ऐसा चैलेंज दें, बल्कि हमारी तरफ से उनको इजाज़त है क्योंकि उनका चैलेंज यही फैसला के लिए काफ़ी है। मगर शर्त ये होगी कि कोई मौत कत्ल की रूह से वाक़या ना हो बल्कि महज बीमारी के ज़रिए से हो, मसलन ताउन से या हैज़ा से या किसी और बीमारी से, ता ऐसी कार्रवाई हुकाम के लिए तशवीश का मूजब न ठहरे। और हम ये भी दुआ करते रहेंगे कि ऐसी मौतों से फ़रीकान महफूज रहें, सिर्फ वो मौत काज़ब को आगे जो बीमारी की मौत होती है, और यही मसलक फ़रीक़ सानी को इख्तियार करना होगा। और याद रहे कि हमारी कत्ल की पेशगोई एक ख़ास पेशगोई थी जो लेखराम के मुतल्लिक़ थी, उसमें खुदा ने यही ज़ाहिर किया था कि वो कत्ल की क्रिया से मरेगा और ऐसे ही शाया किया गया। और मैं ख्याल करता हूँ कि उसके कत्ल किए जाने का भेद ये था कि उसने सख्त ज़ुबान दरा दी हमारे नबी सल्लल्लाहु अलैहि वसल्लम और तमाम इख्तियार की। ठीक है, वो बाकी लेखराम के बारे में वो मौजूद हो रहा है उस पर। अब अगर बात वो मौजूद लेखराम के बारे में आगे वो बात करें, उससे कुछ लेना देना ठीक हो गया क्या? और पढ़ नहीं, बस इतनी बात, छोटी सी, आधा मिनट दे दें, आधा मिनट। मैं बात हाँ जी, करूं कि अभी आपने करनी है? एक टोनी साहब ये सिर्फ 30 सेकंड दे दें, मुझे इजाजत है। आप फरमा रहे हैं कि मिर्जा साहब ने 1907 में ये मुसव्वदा मुबाहला लिखा, जबकि मिर्जा साहब कह रहे हैं हम मौत के मुबाहले में अपनी तरफ से कोई चैलेंज नहीं कर सकते, कोई मुसव्वदा नहीं लिख सकते क्योंकि हुकूमत का मुआहदा ऐसे चैलेंज से हमें माने है। डॉक्टर वो क्या नाम है, डिप्टी डगलस डोई की अदालत में मिर्जा साहब एक मुआहदा करके आए हैं कि वो किसी को इस तरह का मुसव्वदा मुबाहला नहीं लिख सकते। मिर्जा साहब ने इसको मुबाहला नहीं कहा। उस सारे इश्तिहार को पढ़ जाए, मुबाहला लफ्ज उसमें मौजूद नहीं। उसके बाद 13 साल 13 महीने 11 दिन मिर्जा साहब जिंदा रहे। मिर्जा साहब ने उस 13 महीने 11 दिन की जिंदगी में उसको मुबाहला नहीं कहा। आप इसको मुसव्वदा मुबाहला कह रहे हैं, ये कोई बातें हैं? कोई समझाएंगे कि ये कैसे मुबाहला बन गया?
सनाउल्लाह अमृतसरी क्यों मुबाला करने लगे यार जज साहब प्लीज आप अगर इजाजत दे तो बात यह है कि जो आमर नजीर साहब ने कहा कि सनाउल्लाह अमृतसरी साहब कादियान तशरीफ ले गए, वो किस नीयत से वहां गए, किस नीयत से नहीं गए, वल्लाह आलम बिस्सवाब। अब अहले हदीस जो हैं वो कहते रहेंगे कि वो इसलिए मकसद के लिए गए, जो मिर्जा साहब के चाहने वाले हैं वो ये समझेंगे कि ये फसाद और जो जो दूसरे रवैये होते हैं जो हम आज तक देखते आए हैं कि मुआनदीन क्या रंग दिखाते हैं, वो उस नीयत से आए हैं। तो ये जिस तरह पहले इन्होंने मेरी उस राय को पसंद किया था कि इस पर इसका कोई हतमी नतीजा नहीं निकल सकता, ये नजरी बातें होती हैं, उस पर बहस करने से कुछ हासिल नहीं होता। ना आमर नजीर साहब ने ये तस्लीम करना है कि नहीं वो वहां पर किसी और मकसद के लिए गए थे, ना मैं मेरा हक है कि मैं ये समझूं कि जो गए थे तो वहां पे उनका क्या मुद्दा था। ये तो बात होगी एक तरफ। मैं अहमदी भाइयों के लिए सिर्फ 3 लाइनें हैं जो मैं चाहता हूं कि वो अपने जहन में रखें, वो बैनर बनाकर अपने याद रख लें इस मामले में और उसको हमेशा अपने जहनों में मुस्ताज़र रखें। पहला ये है, मेरा मुकाबला तो आपसे है, अगर मैं मर गया तो मेरे मरने से और लोगों पर क्या हुज्जत हो सकती है। एक ये इस चीज को जहन में नशीर रख लें। दूसरी जो अहम है लाइन वो ये है कि खुदा ताला झूठे, दगाबाज, मुफसद और नाफरमान लोगों को लंबी उम्रें दिया करता है ताकि वो इस मोहलत में और भी बुरे काम करें। ये दूसरी है। और तीसरी जो है इबारत जो हमें याद रखनी चाहिए वो है यह है कि मौलवी सनाउल्लाह साहब फरमाते हैं कि हजरत सल्लल्लाहु अलैहि वसल्लम बावजूद सच्चा नबी होने के मुसलमा कज़ाब से पहले इंतकाल फरमा गए और मुसलमा बावजूद काजिब होने के सादक से पीछे मरा। ये 3 इक्तबास, ये 3 छोटी छोटी इबारतें हैं, ये अहमदियों को हमेशा याद रखनी चाहिए। अब मैं आता हूं जो आमर नजीर साहब मौसूफ ने फरमाया कि ये तो कानूनी तौर पर मिर्जा साहब मुबाहले का चैलेंज नहीं दे सकते थे, मुबाहला नहीं कर सकते थे, ना सनाउल्लाह अमृतसरी साहब ने ये इसको मुबाहला तस्लीम किया, तो फिर ये मुबाहला कैसे हुआ। तो उसमें ये सुनिए, हम देखते हैं, चीजों का जायजा लेते हैं कि किसने खिलाफ वर्जी की और किसने इसको मुबाहला करार दिया और कब किया। ये बहुत अहम चीजें हैं। हजरत मिर्जा गुलाम अहमद कादियानी अलैहिस्सलाम 26 मई 1908 को इस दुनिया फानी से जाते हैं। सनाउल्लाह अमृतसरी साहब फरमाते हैं कृष्ण कादियानी ने 15 अप्रैल 1907 को मेरे साथ मुबाहले का इश्तिहार शाया किया था। मुरक्का कि जून 1908 सफ़ा नंबर 18 का है। यह है सनाउल्लाह अमृतसरी साहब का ऐलान, तासुर, प्रोपोगंडा। अगर इनकी बात ये तस्लीम कर ली जाए कि मुबाहला हुआ ही नहीं है, ना इधर से हुआ ना उधर, ना वो कर सकते थे ना इन्होंने कबूल किया, तो फिर 1908 के बाद मसीह मौऊद अलैहिस्सलाम के वसाल के बाद ये क्या इश्तिहारबाजी शुरू की, ये कैसा मनफी प्रोपोगंडा शुरू किया और किसने किया। ये 1908 में जून में सनाउल्लाह अमृतसरी साहब ने लिखा, कृष्ण कादियानी ने 15 अप्रैल 1907 को मेरे साथ मुबाहले का इश्तिहार शाया किया। फिर दूसरा, आज तक मिर्जा साहब ने किसी मुखालिफ से ऐसा खुला मुबाहला नहीं किया था, बल्कि हमेशा गोल मोल रखा करते थे। ये भी इनका सनाउल्लाह अमृतसरी साहब का 31 मई 1908 का है, यानी वफात के चंद दिनों के बाद का, कि ऐसा मुबाहला मिर्जा साहब ने कभी और किसी के साथ नहीं किया जो मेरे साथ किया। ये इनका एतराफ है। फिर फरमाते हैं कि आखिरी में कि मौलवी सनाउल्लाह अमृतसरी साहब के नजदीक आखिरी फैसला मुबाहला ही होता है। जैसा कि वो लिखते हैं, ऐसे लोगों को जो किसी दलील को ना जाने, किसी इल्मी बात को ना समझें, बगर्ज बदर बायद फारसी का है,
कह देते हैं कि आओ एक आखिरी फैसला भी सुनो, हम अपने बेटे और तुम्हारे बेटे, अपनी बेटियां और तुम्हारी बेटियां, अपने भाई बहन नजदीकी और तुम्हारे भाई बहन नजदीकी बुलाएं, फिर आजिज़ी से झूठों पर खुदा की लानत करें, खुदा खुद फैसला दुनिया में ही कर देगा। तफसीर सनाई जल्द अव्वल सफ़ा नंबर 226, 223, 222, 223। ये है, हम देखते हैं कि मुसलसल एक प्रोपेगेंडे के जरिए सनाउल्लाह अमृतसरी साहब ने मसीह मऊद अलैहिस्सलाम की जिंदगी में नहीं बल्कि उनके वसाल के बाद जो उन्होंने बेतहाशा अपने इल्हामात का भी इजहार किया कि हुआ है, उनके वसाल के बाद 26 मई 1908 के बाद इश्तिहारबाजी शुरू की। और अब ये देखिए ये क्या इश्तिहार दे रहे हैं कि ऐसा मुबाइला जो मिर्जा साहब ने जिंदगी में किसी और के साथ नहीं किया, मेरे साथ किया। ये क्या है? आप मुझे उसमें मुलव्वस रात में, जलसों में, अब आगे चल के इसमें मजीद बात होगी कि कहां, इसमें मजीद बात होगी कि कहां, इसमें मजीद बात होगी कि कहां, इसमें मजीद बात होगी कि कहां कहीं दे। जी अब मैं आपको मौका देता हूं। बहुत शुक्रिया। पहली तो गुजारिश ये है कि इस बात का जवाब आपके पास नहीं है कि मिर्जा साहब ने 13 महीने 11 दिन की, 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 साहब ने 13 महीने 11 दिन की कहने का ताल्लुक है। उन्होंने खुद इस जिंदगी में रहकर जवाब दिया है इस बात का, इस इतराज का। जब आपके खलीफा साहब ने रिव्यू ऑफ रिलीजन मेरे सामने खुला पड़ा है, जिसमें वो कह रहे हैं कि भाई बात यह है, हजरत साहब ने बददुआ की थी और मौलाना सनाउल्लाह अमृतसरी ने उस पर इतराजात कर दिए थे। बात यह है, वो कहते हैं कि इसको मुबाहला कहता है मौलवी सनाउल्लाह अमृतसरी। शर्म तो नहीं आई मुबाहला कहते हुए? इसको मुबाहला क्यों कहते हो? हजरत साहब ने एक बददुआ की थी जो अब अंजारी पेशगोई बन गई है। मिर्जा साहब के इस इश्तिहार को अब ये कह सकते हैं कि ये इश्तिहार को अब ये कह सकते हैं कि ये इश्तिहार को अब ये कह सकते हैं कि ये एक अंजारी पेशगोई है। और हमारा ये मानना है कि ये बद्दुआ हजरत साहब की कबूल हुई है, अपने वक्त पर इसका नतीजा आ जाएगा। ये मेरे सामने उनके अल्फाज लिखे पड़े। हम तो इस बात को अब भी मानते हैं कि हजरत साहब की बद्दुआ उसके हक में मंजूर हुई और वो उसका नतीजा भी इंशाल्लाह देख लेगा। तो ये तो क्लियर कट है कि मौलाना सनाउल्लाह अमृतसरी को इन्होंने इस बात पर आड़ दिलाई कि आप इसको मुबाहला क्यों कहते हैं। इसका जवाब उन्होंने खुद दिया। अबुल्फा मौलाना सनाउल्लाह अमृतसरी कहते हैं कि मैंने इसको इल्जामी रंग में मुबाहला कहा है। क्यों कहा है? इसके इनके अपने पैरोकार कहते हैं कि हमारे हजरत साहब ने मौलाना सनाउल्लाह अमृतसरी से मुबाहला किया है। हकीकत यह है कि यह मुबाहला नहीं है। मौलाना सनाउल्लाह अमृतसरी भी मानते हैं कि यह मुबाहला नहीं है, बल्कि ये एक दुआ है जो मिर्जा साहब ने की है, या आप कह सकते हैं बद्दुआ है। लेकिन मैंने इसको इल्जामी रंग में कहा है। तो जो बंदा इल्जामी रंग में किसी को आड़ दिलाने के लिए कहता है, उसका मतलब आप हकीकी मानों में ना लें। ये मेरे सामने अल बदर अखबार खुला हुआ है 22 अगस्त 1907 का। जब ये 15 अप्रैल 1907 को इश्तिहार छप गया, उसके बाद मई, जून, जुलाई, अगस्त 4 महीने बाद ये एक खत छपा हुआ है। उसके अंदर मुफ्ती सादिक साहब ने अपने हाथों से वो खत तहरीर किया। मियाँ वाली के एक हेडमास्टर साहब हैं, तो उन्होंने खत में ये बात लिखी है कि भाई मेरे बारे में एक बंदा जो मेरा ही कुलीग है, टीचर है, उसने ये बात लिखी है अखबार अल-हदीस अमृतसर में कि मिर्जा साहब का और मौलाना सनाउल्लाह अमृतसरी का कोई मुबाहला हुआ है 15 अप्रैल 1907 के दिन, यानी इस इश्तिहार की शक्ल में। तो वो हेडमास्टर कह रहा है, ये उनके अल्फाज सुने हेडमास्टर साहब के, कहता है कि ये मास्टर झूठ बोलता है। मैंने हरगिज ये बात नहीं कही, मैंने मुबाहले का कभी जिक्र नहीं किया, क्योंकि मौलवी सनाउल्लाह साहब हजरत अक़दस के सामने मुबाहले के लिए कभी नहीं आए, ना उन्हें जुर्रत हो सकती है, क्योंकि काज़ब सादिक का हरगिज मुकाबला नहीं कर सकता। इनको बार बार मुबाहले के लिए बुलाया गया, लेकिन वो चालाकियों से, जैसा कि उसका वतीरा है, अपने लिए फरार की राह निकालता रहा। आखिर मशीयत इज़्दी ने एक और रास्ते से इसको पकड़ा और हजरत अक़दस ने मौलवी सनाउल्लाह के साथ आखिरी फैसला के उन्वान का एक इश्तिहार दे दिया, जिसमें
محض دعا کے طور پر فیصلہ چاہا گیا ہے، نہ کہ مباہلہ کیا گیا ہے، نہ کہ مباہلہ کیا گیا ہے. یہ مباہلہ نہیں ہے، یہ مباہلہ نہیں ہے. یہی بات خود مفتی صادق صاحب نے بھی لکھی ہوئی ہے البدر اخبار میں، جب مولانا ثناء اللہ امرتسری نے کہا کہ آپ کہتے تھے کہ مباہلہ ہوگا ہمارا اور آپ کا حقیقت الوحی چھپنے کے بعد، تو حقیقت الوحی تو چھپ کے آ گئی ہے، تو آپ نے مجھے نہ حقیقت الوحی بھیجی ہے نہ وہ مباہلے والا مسودہ بھیجا ہے. تو یہ نقل خط بنام مولوی ثناء اللہ صاحب اخبار البدر میں وہ لکھ رہے ہیں. کہتے ہیں آپ کا رجسٹری شدہ خط مولوی صاحب ملا ہے، مرزا صاحب کی خدمت میں پہنچا ہے، جس میں آپ نے 4 اپریل 1907 کے اخبار بدر کا حوالہ دے کر حقیقت الوحی کا نسخہ مانگا ہے. اس کے جواب میں آپ کو مطلع کیا جاتا ہے کہ آپ کتاب میں آپ کو مطلع کیا جاتا ہے کہ آپ کتاب میں آپ کو مطلع کیا جاتا ہے کہ آپ میں آپ کو مطلع کیا جاتا ہے کہ آپ نے بدی خیال کہ حضرت مرزا صاحب نے قرآن و حدیث کے برخلاف تو کرنا صاحب نے قرآن و حدیث کے برخلاف تو کرنا مباہلے سے انکار کر کے اپنے لیے فرار کی ایک راہ نکالی. اس کی ایک راہ نکالی اس کی ایک راہ نکالی اس کی ایک راہ نکالی اس ایک اور طریقے اختیار کیا. اس واسطے مباہلے کے ساتھ جو اور شروط تھے وہ سب کے سب بوجہ نہ اقرار پانے مباہلہ کے منسوخ ہوئے. جی مباہلہ تو منسوخ ہو گیا، مباہلہ تو قرار ہی نہیں پایا. ٹونی صاحب آپ اس کو مباہلہ کہہ رہے ہیں، وہ خود کہہ رہے ہیں. اب میرا خیال ہے اگر تھوڑی تھوڑی کر لے بات تو میں پھر وہ مضمون. اچھا ایسا کریں ٹونی صاحب آپ کے اگر آپ اس بات کا جواب دے دیں تو پھر آپ پھر کنٹینیو کر لیں، وہ دے دیں تو پھر آپ پھر کنٹینیو کر لیں، ورنہ وہ بہت لمبا ہو جاتا ہے اور میں وہ جواب نہیں. میں کہہ رہا ہوں کہ مجھے 10 منٹ کی بریک دے دیں، 10 منٹ کی بریک دے دیں. میں نے نماز میری ضائع ہو رہی ہے، میں 10 منٹ بعد آتا ہوں. ٹھیک ہے، اب میں اتنی دیر میں اپنے بھائیوں سے مخاطب ہو جاتا ہوں. ٹھیک ہے، اب دیکھیں بھائیوں ہمیں اللہ تعالیٰ سدھو صاحب اور دوسرے جڑے احمدی نے یہ اسی دیکھنے ہیں کہ مرزا صاحب دی زندگی انہاں دا کی طرز عمل رہا کی اے موبائل انہوں یا جو کچھ بھی ہویا انہاں دی مخالفت ہے کس طرح کر دے رہے. پھر مسیح موعود علیہ السلام دی وفات ہو گئی، اس تو بعد وہ کس طرح پینترا بدل دینے. جڑے کل تک کہندے سی کہ کوئی موبائلہ نہیں ہوئے گا، اس طرح نہیں، بالکل اے جڑا بدعا بھی کیتی گئی میری رضامندی دے بغیر کیتی گئی ہے، اے میرا نہیں شامل. جو مرزا صاحب نے کہ جڑے اشتہار دے رہے نے انہوں نے لکھیا. لیکن جو ہی حضرت مسیح موعود علیہ السلام دا وصال ہوندا ہے پینترا ہی بدل جاندہ. جڑا کل تک جڑا موبائلے دے نام تو کترا رہے سی. اور یاد رکھو، ذہن چ رکھو کہ ثناء اللہ امرتسری سے جوان بندے نے اور مرزا صاحب 70 سال دے قریب نے، بزرگ نے، لیکن اللہ تعالیٰ دے توکل ہے وہ للکار رہے نے، وہ نوجوان نو، لیکن وہ ہمت نہیں ہو رہی. اور ہوندا کی ہے کہ چلو ٹھیک ہے جی نہیں رہے بندے وہ صاحب کردار ہوئے تو وہ پھر وہ اس چیز نو پھر ایکسپلائٹ نہیں کرتا. لیکن جو ہی حضرت مسیح موعود علیہ السلام دی وفات ہوئی ہے اس تو بعد ثناء اللہ امرتسری صاحب کہندے نے ایہو جہا موبائلات کسی نال کیتا ہی نہیں. انہاں دی تحریرات موجود نے، انہیں کر لو. صاحب تہاڈا کی خیال ہے؟ کال چلو وہ تھلے ہو کال تو اتر گئے انہوں نے کال تے لے لو. ہے جی علامہ صاحب کال تو اتر گئے تو تھلے کہہ رہے نے کال تے لو، انہوں نے کال تے لے لو. کون؟ علامہ امن نذیر صاحب اتر گئے نا کال تو کہہ رہے ہیں کہ